सफल है शिवा, सफल है, सफल है, सफल है शिवा, सफल है सतगुर की सेवा, सफल है, सफल है, सफल है शिवा, सफल है, सफल है, सफल है शिवा, सफल है। वाहिगुरू जी का खालसा वाहिगुरू जी की फतेह। सत्कारयोग खालसा जी, प्रोग्राम गुरुद्वारा मीरपीरी का ਸਾਹਿਬ ਦਾ ਅਸੀਂ ਹਮੇਸ਼ਾ ਹੀ ਤੁਹਾਡੇ ਸਨਮੁਖ ਹਫ਼ਤੇ ਵਿੱਚ 2 ਵਾਰ ਲੈ ਕੇ ਆਉਂਦੇ ਹਾਂ। ਸੋਮਵਾਰ ਅਤੇ ਸ਼ੁੱਕਰਵਾਰ ਤੁਸੀਂ ਇਹ ਪ੍ਰੋਗਰਾਮ 8:30 ਤੋਂ 9:30 METV 711 711 ਤੇ ਹਮੇਸ਼ਾ ਦੇਖ ਸਕਦੇ ਹੋ। ਇਹ ਪ੍ਰੋਗਰਾਮ UK, ਯੂਰਪ ਤੇ ਡੈਲਸ ਅਮਰੀਕਾ ਡਾਇਰੈਕਟ ਜਾਂਦਾ ਹੈ ਜੀ, ਔਰ ਤੁਸੀਂ ਦੇਖਦੇ ਵੀ ਹੋ। ਅਸੀਂ ਹਮੇਸ਼ਾ ਹੀ ਤੁਹਾਡੇ ਸਨਮੁਖ ਜਿਹੜਾ ਵੀ ਕੋਈ ਪੰਜਾਬ ਦਾ ਜਾਂ ਪੰਜਾਬੀ ਨਾਲ ਲੱਗਦਾ ਮੁੱਦਾ ਉਹ ਜ਼ਰੂਰ ਤੁਹਾਡੇ ਕੋਲ ਲਿਆਉਂਦੇ ਹਾਂ ਅਤੇ ਸੰਗਤਾਂ ਦੇ ਵਿਚਾਰ ਵੀ ਸੁਣਦੇ ਹਾਂ। METV ਹਮੇਸ਼ਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ, ਔਰ METV ਦੇਖਣਾ ਨਾ ਭੁੱਲਿਆ ਕਰੋ। 8:30 ਤੋਂ 9:30 ਸ਼ੁੱਕਰਵਾਰ ਅਤੇ ਸੋਮਵਾਰ ਇਹ ਪ੍ਰੋਗਰਾਮ ਜ਼ਰੂਰ ਦੇਖਿਆ ਕਰੋ। ਅਸੀਂ ਹੁਣ ਚੱਲਦੇ ਹਾਂ ਆਪਣੇ ਪ੍ਰੋਗਰਾਮ 'ਤੇ। ਮੈਂ ਹਾਂ ਜਸਵੰਤ ਸਿੰਘ ਠੇਕੇਦਾਰ, ਮੇਰੇ ਨਾਲ ਬੈਠੇ ਆ ਸਾਹ ਪਰਮਿੰਦਰ ਸਿੰਘ ਬੱਲ, ਪ੍ਰਧਾਨ ਸਿੱਖ ਫੈਡਰੇਸ਼ਨ UK, ਔਰ ਮੇਰੇ ਨਾਲ ਬੈਠੇ ਸਾਡੇ ਅੱਜ ਦੇ ਗੈਸਟ ਮਨਾਵਰ ਅਹਿਮਦ ਗਿੱਲ, ਜਿਹੜੇ ਕਿ ਜਰਮਨ ਰਹਿੰਦੇ ਨੇ ਔਰ ਹੁਣੇ ਪਾਕਿਸਤਾਨ ਹੋ ਕੇ ਜਰਮਨ ਆਏ ਨੇ ਅਤੇ ਇੱਥੇ ਉਹ ਆਪਣੇ ਧਾਰਮਿਕ ਪ੍ਰੋਗਰਾਮ ਵਾਸਤੇ ਆਏ ਆ। ਅਸੀਂ ਗਿੱਲ ਸਾਹਿਬ ਨੂੰ ਕਹਿੰਦੇ ਹਾਂ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਲਾਮ। ਤੁਸੀਂ ਕਦੋਂ ਆਏ ਜੀ ਅਤੇ ਕਿਸ ਕਰਕੇ? ਮੈਂ ਜੀ 29 ਤਰੀਕ ਨੂੰ ਰਾਤ 2 ਵਜੇ ਪਹੁੰਚੇ ਹਾਂ ਜਰਮਨੀ ਤੋਂ, ਔਰ ਜਲਸਾ ਸਾਲਾਨਾ UK ਜਿਹੜਾ ਜਮਾਤ ਅਹਿਮਦੀਆ ਦਾ ਖੁਦਾ ਦੇ ਫਜ਼ਲ ਨਾਲ ਹਰ ਸਾਲ ਹੁੰਦਾ। ਕਰੋਨਾ ਦੀ ਵਜ੍ਹਾ ਨਾਲ 2 ਸਾਲ ਜਲਸਾ ਨਹੀਂ ਹੋਇਆ ਅਤੇ ਹੁਣ ਹੋ ਰਿਹਾ ਇਸ ਸਾਲ। ਅਤੇ ਮੈਂ ਖੁਦਾ ਦੇ ਫਜ਼ਲ ਨਾਲ 7-8 ਸਾਲ ਤੋਂ ਰੈਗੂਲਰ ਜਿਹੜਾ ਨਾ ਮੈਂ ਖਿਦਮਤ ਕਰਨ ਵਾਸਤੇ ਆਉਣਾ, ਔਰ ਇੱਥੇ ਦੇ ਰੋਟੀ ਪਲਾਂਟ 'ਚ ਮੈਂ ਖਿਦਮਤ ਕਰਨਾ। ਇਹ ਕਦੋਂ ਤੋਂ ਕਿੰਨੇ ਵਜੇ ਤੱਕ ਜੀ, ਕਿੰਨੇ ਦਿਨ ਦਾ? ਇਹ 3 ਦਿਨ ਜਲਸਾ ਜੁਮੇ ਤੋਂ ਸ਼ੁਰੂ ਹੋਣਾ, 5 ਤਰੀਕ ਤੋਂ ਲੈ ਕੇ 6 ਤੇ 7 3 ਦਿਨ ਹੋਏਗਾ। ਔਰ ਖੁਦਾ ਦੇ ਫਜ਼ਲ ਨਾਲ 30 ਤੋਂ ਇਹ 38 ਤੇ 40 ਹਜ਼ਾਰ ਲੋਕ ਜਿਹੜੇ, ਕਿਉਂਕਿ ਇਸ ਦਫਾ UK ਦਾ ਹੀ ਹੈ ਹੋ ਰਿਹਾ ਕਰੋਨਾ ਦੀ ਵਜ੍ਹਾ ਨਾਲ, ਇਸ ਵਾਸਤੇ। ਨਹੀਂ ਤਾਂ ਅਗਰ ਬਾਹਰ ਦੇ ਮੁਲਕਾਂ 'ਚੋਂ ਹਾਜ਼ਰੀ ਆਉਂਦੀ ਤਾਂ 50-60 ਹਜ਼ਾਰ ਤੋਂ ਉੱਤੇ ਜਿਹੜੇ ਲੋਕ ਜਿਹੜੇ ਆਉਂਦੇ ਨੇ। ਠੀਕ ਹੈ ਜੀ। 27-28 ਮੁਲਕਾਂ 'ਚੋਂ ਜਿਹੜੇ ਨਜ਼ਦੀਕ ਕਰੀਬੀ ਯੂਰਪੀਅਨ ਮੁਲਕ ਸਾਰੇ ਆ ਜਾਂਦੇ ਨੇ, ਦੂਰੋਂ ਪਾਕਿਸਤਾਨ ਪੂਰੀ ਦੁਨੀਆ ਤੋਂ ਆਉਂਦੇ ਨੇ। ਤਕਰੀਬਨ 200 ਮੁਲਕਾਂ ਦੇ ਜਿਹੜੇ ਨਾ ਨੁਮਾਇੰਦੇ ਜਿਹੜੇ ਹਾਜ਼ਰ ਹੁੰਦੇ ਨੇ। ਲੇਕਿਨ ਇਹ ਕਰੋਨਾ ਦੀ ਵਜ੍ਹਾ ਨਾਲ ਜਿਹੜਾ ਇਸ ਵੇਲੇ ਇਸ ਸਾਲ ਸਿਰਫ ਲੰਡਨ ਤੁਹਾਡਾ ਸਿਰਫ ਧਾਰਮਿਕ ਸਮਾਗਮ ਹੁੰਦਾ ਜਾਂ ਪੋਲੀਟੀਕਲ ਵੀ ਹੁੰਦਾ? ਨਹੀਂ, ਸਾਡਾ ਧਾਰਮਿਕ ਖਾਲਸ ਜਿਹੜਾ ਅਸੀਂ ਕਾਦੀਆਨ ਤੋਂ ਬਿਲੋਂਗ ਕਰਨੇ। ਹਜ਼ਰਤ ਮਸੀਹ ਮੌਊਦ अलैहिस्सलाम ਜਿਹੜੇ ਆਏ ਦੁਨੀਆ 'ਤੇ, ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਨੇ ਜਿਨ੍ਹਾਂ ਦਾ ਕਿਹਾ ਸੀ ਮੇਰਾ ਇਮਾਮ ਮਹਿਦੀ ਆਏਗਾ, ਅਤੇ ਉਹ ਆਏ ਉਸ ਵਕਤ ਦੇ ਨਾਲ, ਉਹ ਪੇਸ਼ਗੋਈਆਂ ਦੇ ਮੁਤਾਬਿਕ ਕੁਰਾਨ ਦੇ ਹਦੀਸ ਦੇ ਰੂਹ ਦੇ ਨਾਲ। ਔਰ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਆਏਗਾ ਇਮਾਮ ਮਹਿਦੀ, ਉਹਨਾਂ ਨੇ ਸੂਰਤ ਜਿਹੜੀ ਆਪਣਾ ਹਦੀਸ ਹੈ ਮੁਸਲਿਮ ਦੇ ਵਿੱਚ ਲਿਖਿਆ ਕਿ नबीउल्लाह 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 के अल्लाह का नबी होगा, ज़िली नबी होगा। ये शरीयत मोहम्मद सल्लल्लाहु अलैहि वसल्लम की है, लेकिन ये उसकी तजदीद में जो है ना आए हैं। तो उनका मैं कलाम भी आपकी खिदमत में पेश करता हूँ। ये कदों तो शुरू किया? ये 1899 में उन्होंने पहली बैत ली है, और उस वक़्त ये सिलसिला जो अहमदियत का शुरू हुआ है। हाँ जी। तो बेस कित्थे सी उदों जदों उन्होंने शुरू किया? ये सूफ़ी अहमद जान के मकान पर जो पहली बैत हुई थी, हकीम मौलवी नूरुद्दीन साहब ने पहली बैत की थी। जो खलीफा अव्वल जो हमारे हुए हैं, उन्होंने ये पहली बैत जो ना। केड़े शहर जी? ये लुधियाना में हुई, और वहाँ पे हज़रत मसीह मौऊद साहब ने 40 दिन चिला भी किया था खुदा ताला से। जो हुक्म इरशाद हुआ मिला, तो उस वक़्त उन्होंने फिर बैत जो ना पहली वहाँ पे ली थी। हाँ जी। हाँ, उनका मैं कलाम आपकी खिदमत में 3-4 शेर पेश कर देता हूँ। ए खुदा ए कार साजो ऐब पोशो किरदिगार, ऐ मेरे प्यारे मेरे मोहसिन मेरे परवरदिगार, किस तरह तेरा करूं
ए जुल्मनन शुक्रो से पास वो जुबान लाऊं कहाँ से जिससे हो ये कारोबार। ये सरासर फजलो एहसान है कि मैं आया पसंद, वरना दरगाह में तेरी कुछ कम न थे खिदमत गुजार। जो खुदा का है उसे ललकारना अच्छा नहीं, हाथ शेरों पर न डाल ऐ रूबाए ज़ारो नज़ार। हाँ जी, तुसी एक दसोगे जी ये पाकिस्तान दे विच ਤੁਹਾਡੀ ਇਸ ਜਮਾਤ ਨੂੰ ਕਦੋਂ ਬੈਨ ਕੀਤਾ ਸੀ ਤੇ ਕਿਹਨੇ ਕੀਤਾ ਸੀ? ਇਹ ਸਨ 1974 ਦੇ ਵਿੱਚ ਜਿਹੜਾ ਆਪਣਾ ਜ਼ੁਲਫਕਾਰ ਅਲੀ ਭੱਟੋ ਦੀ ਜਦੋਂ ਹੁਕੂਮਤ ਆਈ ਹੈ, ਹਾਂਜੀ, ਤੇ ਉਸ ਵੇਲੇ ਉਹ ਜਦੋਂ ਉਹਨੂੰ ਕਾਫੀ ਫੇਵਰ ਦਿੱਤੀ ਸਾਡੇ, ਕਿਉਂਕਿ ਮੈਂ ਉਦੋਂ ਉਸ ਵਕਤ ਪੀਪਲ ਪਾਰਟੀ ਕਾਮਯਾਬ ਹੋ ਕੇ ਆਈ ਤੇ ਮੈਂ ਥਾਣਾ ਫਰੋਜ਼ਵਾਲਾ ਦੇ ਵਿੱਚ ਸੈयद एजाज शाह ਸਾਹਿਬ ਪੀਪਲ ਪਾਰਟੀ ਵੱਲੋਂ ਖਲੋਤੇ, ਮੈਂ ਉਸ ਵੇਲੇ ਜਿਹੜੇ ਵੋਟਿੰਗ ਦੇ ਵਿੱਚ ਲਿਸਟ 'ਚੋਂ ਨਾਮ ਲੈ ਕੇ ਜਾਂਦੇ ਨੇ ਆਪਣਾ ਪੋਲਿੰਗ ਏਜੰਟ, मैं मैट्रिक 'ਚ ਸਾਂ ਤੇ ਮੈਂ ਉਸ ਵੇਲੇ ਉਹਨਾਂ ਦੀ ਕਾਫੀ ਅਸੀਂ ਹਰ ਜਗ੍ਹਾ ਜਮਾਤਾਂ ਦੀਆਂ ਬੜੀ ਮਦਦ ਕੀਤੀ। ਜਦੋਂ ਇਹ ਆ ਗਿਆ ਤੇ ਉਹਨੇ ਜਦੋਂ ਬੜੀ ਅੱਛੀ ਕਾਮਯਾਬੀ ਇਹਨੂੰ ਮਿਲ ਗਈ ਪੰਜਾਬ 'ਚ, ਲੇਕਿਨ ਉਸ ਵੇਲੇ ਜਿਹੜੇ ਵੋਟਾਂ 'ਚ ਜਿੱਤਿਆ ਸੀ ਬੰਗਲਾਦੇਸ਼, ਕਿਉਂਕਿ ਪਾਕਿਸਤਾਨ ਉਦੋਂ ਦੋ ਹਿੱਸੇ ਮਸ਼ਰਕੀ ਪਾਕਿਸਤਾਨ ਮਗਰਬੀ ਪਾਕਿਸਤਾਨ, ਲੇਕਿਨ ਮੁਜੀਬੁਰ ਰਹਿਮਾਨ ਨੂੰ ਇਹਨੇ ਨਾ ਦਿੱਤਾ ਸਾਰਾ ਕੁਝ। ਇਧਰੋਂ ਜਨਾਬ ਇਹਨੇ ਕੀ ਕੀਤਾ ਕਿ ਜੋ ਆਪਾਂ ਡਿਟੇਲ 'ਚ ਨਾ ਜਾਈਏ, ਆਪਾਂ ਇਹ ਬੈਨ ਕਦੋਂ ਕੀਤਾ ਤੁਹਾਨੂੰ? ਇਹਨਾਂ ਨੇ 74 ਦੇ ਵਿੱਚ ਸਾਰੇ ਮੌਲਵੀ ਜਦੋਂ ਇਕੱਠੇ ਹੋ ਕੇ ਇਹਨਾਂ ਨੇ ਜਨਾਬ ਬੜਿਆ ਅੱਗਾਂ ਲਾਈਆਂ, ਜਲੂਸ ਕੱਢੇ, ਸਾਰਾ ਕੁਝ ਕਰ ਕਰਾ ਕੇ ਸਭ ਕੁਝ ਜਨਾਬ ਅੰਡਰ ਪ੍ਰੈਸ਼ਰ ਲੈ ਲਿਆ ਇਹਨੂੰ, ਤੇ ਇਹਨੇ ਉਹਨਾਂ ਦਾ ਕਹਿਣਾ ਮੰਨ ਲਿਆ ਤੇ ਸਾਰਾ ਕੁਝ ਕੀਤਾ। ਬਾਅਦ ਦੇ ਵਿੱਚ ਪਛਤਾਉਂਦਾ ਸੀ, ਬਲਕਿ ਜਿਹੜੀ ਸਾਡੀ ਇੱਕ ਕਿਤਾਬ ਹਜ਼ਰਤ ਮਸੀਹ ਮੌਦ अलैहि जिन्होंने हम ਅਸੀਂ मानने हैं, तज़किरातुल शहादतैन जो है, उसमें ये लिखा हुआ है कल्बन यमूत अला कल्बन यमूत, वो 51 से 52 साल तजावज़ नहीं करेगा, राय मुल्क अदम हो जाएगा। इसके मुतल्लिक़ भट्टो के मुतल्लिक़ ये लिखा हुआ था, और उसके मैंने ये बनते हैं कुत्ते पे कुत्ता मरेगा, कल्बन यमूत अला कल्बन यमूत, अरबी में कल्ब कहते हैं कुत्ते को। तो जब ये भट्टू मरने लगा, इसको फांसी देने लगा ज़ियाउल हक, तो फैसलाबाद में यह इन्होंने स्टेटमेंट फ़ोटो कापियाँ करके लगा दी कि ये बात अहमदियों की पूरी हो जानी, इसको ना फांसी दो, लेकिन खुदा का जो वादा था वो पूरा होकर रहना था, और इसको उसने हैंग किया। और फिर आप देखें कि ज़ियाउल हक ने जो अब हम मस्जिदों के बाहर कलमा जो है, पुलिस वाले देखे होंगे आपने, सीढ़ियों पर चढ़े कलियाँ फेर रहे हैं और हमारी मस्जिदों के कलमे मिटा दिए, और मस्जिद को मस्जिद नहीं लिख सकते। ये हमारे साथ उसने सलूक इन्होंने मुसलमान पाकिस्तान गए सी, उत्थे घट गिनतियां दा की हाल? बस यही हाल है कि वहाँ पे जो जिसकी लाठी उसकी भैंस, ये आप देख लें कि जो आप पॉलिटिक्स में ये ले आए हैं सारी चीज़ें मजहबी, और जो मौलाना फजल रहमान का जो वालिद था मुफ्ती महमूद, उसको इसने वज़ीर आला उस इलाके का बना दिया था। तो ये उसका आगे पौध नस्ल जो बीज बो दिया जाए ना, तो वो फिर दरख्त वही उगते हैं, पौधे वही फल कड़वा निकलता है। तो आप देख लें कि जो मौलवी हैं वो अपने आप को फ़ौज से भी ज़्यादा आगे समझते हैं। अगर फ़ौज का 4 स्टार जनरल, तो मौलवी अपने आप को 5 स्टार जनरल समझते हैं। और जो भी वो आगे और जुलूस जुमे के जुमे लोग तो इकट्ठे होते हैं नमाज के लिए, ये शरारत के लिए चल पड़ते हैं, और जिसको मर्जी जनाब जिसके ऊपर मर्जी बयान लगा देते हैं कि इसने ख़त्म नबूवत की तौहीन की है, उसको जो मर्जी गोली मार दे। जो एक पीछे जे भी न्यूज़ सुनी थी ना, एक भट्ठे दे उत्ते मजदूर काम करते। हाँ, ये कसूर में वाक़या हुआ था। भट्ठे का जो मालिक है उसने मजदूरों को पैसा एडवांस दे के अपनी मजदूरी के लिए रखा होता है। तो एक ईसाई था वहाँ पे, उसने पैसे एडवांस लिए हुए थे, तो वो काम के लिए कुछ का या उसकी आपस में इख्तलाफ हो गया, तो उसने क्या किया कि वो काम नहीं करता, पैसे उसके लिए हुए थे। उसने क्या किया कि 4-5 सफ़े कुरान शरीफ के लेके, आइडिया ये मौलवी देते हैं, शरारत तो इनसे उठती है, ये हदीस भी है।
हर शरारत 14वीं सदी के मौलवियों में से उठेगी और इसी में ये वापस आएगी। आप देख लें शरारत वो का 4 फरके अरबी के लेकर जला के उन पर इल्ज़ाम लगा दिया कि उन्होंने कुरान जला दिया, 5-6 मसीतें करीब करीब ऐलान करके जनाब उनको जला दिया जिंदा ही, बच्चों को, उसको ईसाई को। ये हाँ, ये 10-15 साल पहले का वाक़या है, कसूर में हुआ था। ये पाकिस्तान में ऐसे कर देते हैं, लेकिन मौलवी की वहाँ पे हुकूमत है, उससे डरते हैं, खौफजदा हैं। ये असल में लुबे लुबाब ये मतलब तो है ना भी घट गिनतियां का उत्थे रहना बहुत मुश्किल है। हाँ, खासकर बस बिल्कुल आपने सही जो आपका सवाल है इस हवाले से न्यूज़ में आती रहती है, खबरों अखबारों में भी। आज तो मीडिया कितना तेज है। पिछे जो देखा एक वीडियो भी भेजी भी ਜਿਹੜੀ ਤੁਹਾਡੀਆਂ ਧਾਰਮਿਕ ਸਥਾਨ ਨੇ ਉਹਨਾਂ ਦੇ ਵੀ ਗੁੰਬਦ ਹਾਂਜੀ ਮਸਜਿਦਾਂ ਦੇ ਢਾਇਆ ਜਾਂਦਾ ਹੈ ਵੀ ਮੈਂ ਤੁਹਾਨੂੰ ਭੇਜਿਆ ਸੀ। ਹਾਂ, ਇਹ ਜਿਹੜਾ ਨਾ ਕੀਤਾ ਇਹਨਾਂ ਨੇ। ਔਰ ਕਬਰਾਂ ਦੇ ਉੱਤੋਂ ਜਿਹੜੇ ਕਤਬੇ ਨੇ ਜਿਨ੍ਹਾਂ ਦੇ ਉੱਤੇ ਨਾਮ ਲਿਖਿਆ ਹੁੰਦਾ, ਜਿਹੜਾ ਫੌਤ ਹੋਵੇ ਤੇ ਉਹਦੀ ਕਬਰ ਤੇ ਕਤਬਾ ਹੁੰਦਾ ਨਾ ਆਪਣੇ ਆਪਣੇ ਲਾਇਆ ਹੁੰਦਾ, ਨਾਮ ਯਾਦ ਰਵੇ ਕਿਹਦੀ ਕਬਰ ਹੈ, ਉਹ ਇਹਨਾਂ ਨੇ ਤੋੜੇ। ਲਾਹੌਰ 'ਚ ਵੀ, ਸ਼ੋਪੁਰਾ ਵੀ, ਇਹੋ ਜਿਹੀਆਂ ਜਿਹੜੀਆਂ ਜਿਹੜੇ ਫੰਡਾਮੈਂਟ ਲੋਕ ਨੇ, ਜਿਹੜੇ ਮੌਲਵੀਆਂ ਦੇ ਆਖੇ ਲਾ ਕੇ ਬਹੁਤੇ ਬੰਦੇ ਨੇ ਮਜ਼ਹਬੀ, ਉਹ ਜਿਹੜੇ ਨੇ ਇਹ ਕੰਮ ਕਰਦੇ ਨੇ। लेकिन इन्होंने यह है कि पिछों हलाशेरी मिलती है। और यह है कि जी गौरमेंट अज तक तुहाडे सामने देख लो, साड़ी गौरमेंट जोड़ा अच्छा काम करने वाला आंदा है, उन्हें इमरान ने जो कोई अच्छे काम किए हैं वो अगर दुनिया तुरी है तो हम दूसरे जो अपना उन्होंने सपोर्ट जो नहीं करते, महंगाई और तरह तरह के तो क्लीयर कट मतलब है भी जड़ियाँ उत्थे घट गिनतियाँ रहिंदियां ने पाकिस्तान दे विच, वो कोई भी सेफ नहीं है, कोई उन्होंने तहफ़्फ़ुज़ नहीं देते, कोई भी नहीं है। हमें बस ज़बानी जमा खर्च वहाँ पे है सारा कुछ। तुहानूं वोट पाउण दा हक है प्रॉपर? नहीं, असीं जदों दा 74 च इन्होंने डिक्लेयर किया तो वो कि तुसीं मुसलमान नहीं, असीं इन्हां नूं वोट दा उदों तो बाद असीं इन्नी वोट नहीं पाया। नहीं तुसीं पाया नहीं जां उन्हां पाउण नहीं, असीं अपने आप जिन्ना चिर साडा हक, असीं अपने आप नूं ला इलाहा इल्लल्लाह मुहम्मद रसूलुल्लाह असीं कलमा पढ़ने हैं, वही कुरान पढ़ने जिहड़ा खुदा ताला दा हज़रत रसूल करीम सल्लल्लाहु अलैहि वसल्लम ते नाज़िल होया, वही किताब है साड़ी, वही साड़ी नमाज है, वही काबा रुख है, वही ज़िबा असीं जिहड़ा बकरा या गाय या जो भी असीं करने खाने हैं, तो वही जो ना चीज़ा जोड़ियाँ मुसलमाना तो रसूल करीम सल्लल्लाहु अलैहि वसल्लम लैके आए, असीं उन्होंने कबूल कर रहे हैं। अल्लाह ने जोड़ियाँ दित्तियां ने, असीं अल्लाह के मुसलमान है कि इन्हां दे मुसलमान है, इस हुकूमत दे तिन्ने जिन्होंने सानू या भट्टो दे, असीं खुदा ताला दे मुसलमान जो अल्लाह ने बनाया, अल्लाह के रसूल ने बनाया। थैंक यू जी तुहाडा दस्सण दा, पूरी इन्फॉर्मेशन दा। और परमात्मा ने तुसीं अपने धार्मिक प्रोग्राम वास्ते आए हो, वो च रब तुहानूं कामयाबी बख्शे। ते असीं हुण चलदे हां जी, एक जिहड़े पंजाब दे सेहत मंत्री आ, वो सेहत मंत्री जिहड़े आ वो एक हस्पताल च जांदे आ और उत्थे जिहड़ा उत्थों दा VC है राज बहादुर जिहड़ा आ, उन्हां दा जदों हस्पताल दा मुआयना करदे आ तो उत्थे मुआयने तो बाद एक बैड जिहड़ा वा वो उन्हां नूं मतलब माड़ा नज़र आउंदा, गंदा नज़र आउंदा। तो उतों वो जिहड़े सेहत मंत्री आ चेतन सिंह जोड़ा माजरा, वो काफ़ी नाराज़ हो जाते हैं, उन्होंने मन च काफ़ी गुस्सा हुंदा वा। ते वो VC नूं कहिंदे आ, राज बहादुर नूं कहिंदे आ भी यह इन्ना गंदा वा, तू इहदे ते लम्मा पै सकदा? वो कहंदा जी मैं साफ करा देना, मैं देखिया नहीं। पर उन्होंने ये कहने की बजाय भी तू साफ करा दे जां अगे तो इनू साफ रखो, ये नहीं उन्हें किया। उन्होंने कहा भी तू ये तो लम्मा पै, जबरदस्ती वो सेहत मंत्री ने उन्होंने ते लम्मा पवाया, तो जिहदे नाल के उनकी काफ़ी ज़्यादा आ देखो जी तुसीं आ जबरदस्ती लम्मा पाया गया उसनों। और चेतन सिंह जिहड़ा जोड़ा माजरा वा उन्हें धमकी दी तो उन्होंने लम्मा जो पाया तो उन्हें काफ़ी अपनी बेइज्जती इंसल्ट समझी। उस तो बाद उसने VC तो इस्तीफ़ा दे दिता। इस्तीफ़ा जरा अजे तक तो पंजाब गौरमेंट ने अप्रूव नहीं किया, पर उस वाल देख के जी अपने चन्नी साहब की भरजाई सी प्रोफैसर मनिंदर कौर, उसने भी SMO तो इस्तीफ़ा दे दिता खरड़ तो, क्योंकि उन्हें भी बेइज्जती महसूस की है। उससे बाद काफ़ी इस्तीफ़े होर आए ने। ये की सरकार जी कानून ना चलती है या गुंडागर्दी ना चलती है? डिक्टेटरशिप है जी। हाँ जी,
ਦੇਖੋ ਇਹ ਠੇਕੇਦਾਰ ਇਹਨਾਂ ਦਾ ਜਿਹੜਾ ਨਾ ਜਿੱਦਾਂ ਨਹੀਂ ਅਸੀਂ ਜੀ ਸੁਧਾਰ ਕਰਨ ਚੱਲੇ ਹਾਂ, ਡਿਸਪਲਿਨ ਕਰ ਚੱਲੇ। ਡਿਸਪਲਿਨ ਦਾ ਕੋਈ ਰਾਹ ਹੁੰਦਾ ਜਦੋਂ ਤੁਸੀਂ ਕਿਤੇ ਜਾਂਦੇ ਆ, ਤੁਹਾਡਾ ਡਿਪਾਰਟਮੈਂਟ ਹੈ, ਗੌਰ ਸਰਕਾਰਾਂ ਦੇ ਡਿਪਾਰਟਮੈਂਟ ਆ ਜੋ ਉਹ ਤੁਹਾਡੀ ਸਰਕਾਰ ਦੇ ਥੱਲੇ ਚੱਲਦੇ ਆ। ਤੁਸੀਂ ਜਾ ਕੇ ਉੱਥੇ ਇੰਸਪੈਕਸ਼ਨ ਕਰਦੇ, ਇੰਸਪੈਕਸ਼ਨ ਦੀ ਰਿਪੋਰਟ ਹੁੰਦੀ ਆ, ਜਿਹੜਾ ਕਸੂਰਵਾਰ ਆ ਉਹਨੂੰ ਨੋਟਿਸ ਦੇ ਕੇ ਤੁਸੀਂ ਉਹ ਤੋਂ ਡਿਮਾਂਡ ਕਰਦੇ ਵੀ ਆਹ ਚੀਜ਼ ਕਿਉਂ ਹੁੰਦੀ ਆ। ਇਹਨਾਂ ਨੇ ਇੱਕ ਨਵਾਂ ਹੀ ਬਣਾ ਲਿਆ ਵੀ ਜਿੱਥੇ ਜਾਂਦੇ ਆ ਨਾ ਮੰਤਰੀ ਇਹਨਾਂ ਦੇ, ਤੇ ਉੱਥੇ ਜਾ ਕੇ ਕਦੇ ਟੀਚਰ ਡਿਸਮਿਸ ਕਰਤਾ, ਕਦੇ ਕੋਈ ਹੌਸਪੀਟਲ ਆ ਕੋਈ ਬੰਦਾ ਡਿਸਮਿਸ ਕਰਤਾ। ਇਹਨਾਂ ਨੇ ਇੱਦਾਂ ਲੋਕਾਂ ਨੂੰ ਦੱਸਦੇ ਵੀ ਅਸੀਂ ਤਾਂ ਰਾਤੋਂ ਰਾਤ ਨਾ ਇਨਕਲਾਬ ਲੈਣ ਦਾ। ਅੱਛਾ ਹੁੰਦਾ ਕੀ ਆ, ਉਹ ਜਿਹੜਾ ਬੰਦਾ ਜਿਹੜਾ ਤੁਸੀਂ ਉਹਨੂੰ ਬਿਨਾਂ ਕਿਸੇ ਕਾਰਨ ਤੋਂ ਉਹਦੀ ਰਿਪੋਰਟ ਬਣੇ ਤੋਂ ਬਿਨਾਂ ਤੁਸੀਂ ਉਹਦੇ ਡਿਸਪਲਿਨ ਜਿਹੜਾ ਆਪਣਾ ਪ੍ਰਾਈਵੇਟ ਡਿਸਪਲਿਨ ਲਾਗੂ ਕਰਦਾ, ਲੋਕਾਂ ਨੂੰ ਖੁਸ਼ ਕਰਦੀ, ਕਦ ਸ਼ੋਸ਼ੇਬਾਜ਼ੀ, ਇਹਨੂੰ ਕਹਿੰਦੇ ਗੁੰਡਾਗਰਦੀ, ਧੱਕੇਸ਼ਾਹੀ। ਕਿਉਂਕਿ ਸਾਡੀ ਸਰਕਾਰ ਆ, ਅਸੀਂ ਤੁਹਾਥੋਂ ਜੋ ਮਰਜ਼ੀ ਕਰਾ ਸਕਦੇ ਹਾਂ। ਇਹ ਜਿਹੜਾ ਵਤੀਰਾ ਆ ਇਹਦੇ ਨਾਲ ਜਿਹੜੇ ਉਹਨਾਂ ਦੇ ਆਪਣੇ ਹੱਕ ਹੁੰਦੇ ਆ, ਜਿਹੜਾ ਬੰਦਾ ਜੋਬ 'ਤੇ ਕੰਮ ਕਰਦਾ ਆ ਉਹਦਾ ਵੀ ਕੋਈ ਨਾ ਕੋਈ ਹੱਕ ਹੁੰਦਾ ਆ। ਬਾਅਦ 'ਚ ਉਹਦੀ ਕੋਈ ਰਿਸਪੈਕਟ ਹੁੰਦੀ ਆ ਉਹਦੇ ਸਟਾਫ ਦੇ ਸਾਹਮਣੇ। ਮੇਰਾ ਜੇ ਕੋਈ ਚੀਜ਼ ਮਾੜੀ ਚੰਗੀ ਪਈ ਆ, ਗੱਦਾ ਠੀਕ ਨਹੀਂ ਗਾ, ਅਤੇ ਉਹਨੂੰ ਕਹਿਣਾ ਤੂੰ ਇੱਥੇ ਲੰਮਾ ਪੈ ਸਕਦਾ ਆ। ਇਹ ਨਾ ਜਿੱਦਾਂ ਮੇਰਾ ਵੀ ਕੋਈ ਉਹ ਪੈਣਾ ਵੀ ਨਹੀਂ ਸੀ ਚਾਹੁੰਦਾ, ਜ਼ਬਰਦਸਤੀ ਇਹਨਾਂ ਨੇ ਪਾਇਆ, ਫਿਰ ਮੀਡੀਆ 'ਚ ਉਹਦੀ ਬੇਇੱਜ਼ਤੀ ਕੀਤੀ ਆ। ਫਿਰ ਚਾਹੀਦਾ ਤਾਂ ਇਹ ਸੀ ਵੀ ਉਹਦੇ ਤੋਂ ਰਿਪੋਰਟ ਲੈਂਦੇ ਵੀ ਆਹ ਚੀਜ਼ਾਂ ਦੇ ਸਾਨੂੰ ਪਤਾ ਲੱਗਾ, ਤੂੰ ਇਹਦੇ ਬਾਰੇ ਸਾਨੂੰ 1-2 ਹਫ਼ਤੇ ਵਿੱਚ ਪੂਰੀ ਰਿਪੋਰਟ ਤਿਆਰ ਕਰਕੇ। ਇਸ ਕਰਕੇ ਮੰਤਰੀਆਂ ਵਾਲਾ ਚੱਲਦਾ ਨਹੀਂ ਗਾ ਇਹ ਵਾਕਈ ਜਿੱਦਾਂ ਤੁਸੀਂ ਕਹਿ ਰਹੇ ਗੁੰਡਾਗਰਦੀ ਆ। ਜਾ ਕੇ ਅਸੀਂ ਆਪਣੀ ਤਾਂਕ ਦੱਸਣੀ ਆ ਕਿ ਸਾਡਾ ਰਾਜ ਆ, ਸਾਡੇ ਥੱਲੇ ਤੁਸੀਂ ਚੱਲਦੇ ਆ, ਤੁਹਾਡੇ ਕੋਲ ਆ ਕਸੂਰ ਆ, ਇਹ ਹੋਣੇ ਨਹੀਂ ਚਾਹੀਦੇ, ਇਸ ਕਰਕੇ ਤੁਸੀਂ ਤੱਪੜ 'ਤੇ ਪਾਓ, ਤੁਹਾਡਾ ਪਹਿਲਾਂ ਜਲੂਸ ਕੱਢੀਏ। ਇਹ ਹੱਦ ਤੱਕ ਦੀ ਗੱਲ ਹੁੰਦੀ ਆ। ਹੁਣ ਕੱਲ੍ਹ ਨੂੰ ਉਹ ਕੇਸ ਕਰੇ, ਵਾਈਸ VC ਆ ਨਾ ਉਹ ਆਫਟਰ ਆਪਣੇ ਉਹਨੂੰ ਨੋਟਿਸ ਨਹੀਂ ਦਿੱਤਾ ਗਿਆ, ਉਹਨੂੰ ਕਿਹਾ ਨਹੀਂ ਕੁਛ ਗਿਆ ਲਿਖਤੀ ਤੌਰ 'ਤੇ, ਅਤੇ ਉਹਦੀ ਰਿਪੋਰਟ ਨਹੀਂ ਕੀਤੀ। ਲੇਕਿਨ ਜੋ ਹੁਣ ਇਹਨਾਂ ਦੇ ਖਿਲਾਫ ਉਹ ਕੇਸ ਕਰੂਗਾ ਕੋਰਟ ਦੇ ਵਿੱਚ, ਇਹਨਾਂ ਨੂੰ ਪੇਸ਼ ਹੋਣਾ ਪਊਗਾ ਨਾ, ਉਹਦੇ ਅਧਿਕਾਰਾਂ ਉੱਤੇ ਨਾ ਛਾਪਾ ਜਿੱਦਾਂ ਮਾਰਿਆ। ਇਹ ਵੈਸੇ ਦੇਖਣ ਨੂੰ ਬਹੁਤ ਚੰਗਾ ਲੱਗਦਾ ਜੇ ਸੁਧਾਰ ਕਰ ਰਹੇ ਆ, ਸੁਧਾਰ ਨਹੀਂ ਕਰਦੇ। ਇਹ ਸੁਧਾਰ ਕਰਨ ਦਾ ਇੱਕ ਢੋਂਗ ਰਚਦੇ ਆ ਵੀ ਅਸੀਂ ਦੇਖੋ ਤੁਹਾਡੇ ਸਾਹਮਣੇ ਆਹ ਕੀ ਕਰਦੇ ਆ। ਹੁਣ ਹੋਇਆ ਕੀ ਆ, ਉਹ ਅਸਤੀਫਾ ਉਹਦਾ ਮਨਜ਼ੂਰ ਨਹੀਂ ਕਰ ਰਹੇ, ਉਹਦਾ ਅਸਤੀਫਾ ਮਨਜ਼ੂਰ ਨਹੀਂ ਨਾ ਕਰ। ਉਸ ਤੋਂ ਬਾਅਦ ਹੋਰ ਵੀ ਕਈ ਅਸਤੀਫੇ ਆ ਚੁੱਕੇ। ਉਸ ਤੋਂ ਬਾਅਦ ਆਮ ਪਬਲਿਕ ਜਿਹੜੀ ਆ ਹੱਕ ਜਾਂ ਖਿਲਾਫ ਦੇ ਵਿੱਚ ਪਬਲਿਕ ਜਿਹੜੀ ਸਟੇਟਮੈਂਟਾਂ ਦੇਣ ਲੱਗ ਪਈ, ਲੋਕੀ ਕਹਿੰਦੇ ਵਤੀਰਾ ਗਲਤ ਆ। ਔਰ ਅੱਗੇ ਵੀ 1-2 ਕੇਸ ਇੱਦਾਂ ਦੇ ਆਏ ਆ, ਸਕੂਲ ਦੇ ਟੀਚਰਾਂ ਨਾਲ ਇੱਦਾਂ ਕੀਤਾ ਗਿਆ ਆ। ਔਰ ਲੇਕਿਨ ਇਹ ਗੱਲ ਜਿਹੜੀ ਆ ਨਾ ਸਰਕਾਰੀ ਪੱਖੋਂ ਇਹ ਤਰੀਕਾ ਨਹੀਂ ਹੁੰਦਾ, ਚੰਗਾ ਤਰੀਕਾ ਨਹੀਂ ਗਾ। ਇਹਦੇ ਨਾਲ ਕੋਈ ਸੁਧਾਰ ਨਹੀਂ ਆ ਸਕਦਾ, ਨਾ ਕੋਈ ਚੀਜ਼ਾਂ ਸੁਧਰ ਸਕਦੀਆਂ। ਇਹ ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀ ਜੀ ਰਾਜ ਬਹਾਦਰ। ਔਰ ਇਹ ਕੋਈ ਪੜ੍ਹੇ ਲਿਖੇ ਵਿਅਕਤੀ ਹੀ ਇਸ ਪੋਸਟ 'ਤੇ ਜਾ ਸਕਦੇ ਆ। ਇਹ ਨਹੀਂ ਗਾ ਕਿ ਉਹਨਾਂ ਦੇ ਜਾਂ ਉਹਨਾਂ ਦਾ ਪੁਰਾਣਾ ਰਿਕਾਰਡ ਮਾੜਾ ਹੋਏ ਜਾਂ ਕੁਝ ਵੀ ਹੈ। ਕੋਈ ਜਦੋਂ ਕਿਸੇ ਨੂੰ ਸਜ਼ਾ ਜਾਂ ਪੰਿਸ਼ਮੈਂਟ ਦੇਣੀ ਹੁੰਦੀ ਆ, ਜਾਂ ਜੇ ਕੋਈ ਗਲਤ ਕੰਮ ਕਰਦਾ, ਉਹਦੀ ਕਾਨੂੰਨੀ ਪ੍ਰਕਿਰਿਆ ਹੁੰਦੀ ਆ, ਉਹ ਕਾਨੂੰਨ ਦੇ ਲਿਹਾਜ਼ ਨਾਲ ਹੀ ਉਹਨੂੰ ਤੁਸੀਂ ਪੁੱਛ ਸਕਦੇ ਹੋ। ਪਰ ਇਹ ਥੋੜ੍ਹੀ ਆ ਕਿਸੇ ਨੂੰ ਫੜ ਕੇ ਜ਼ਬਰਦਸਤੀ ਤੁਸੀਂ ਉਸ ਗੰਦੇ ਬੈੱਡ 'ਤੇ ਪਾਓ। ਉਸ ਵਿੱਚ ਜੇ ਗੰਦਾ ਬੈੱਡ ਆ ਤਾਂ ਇਕੱਲਾ ਕਸੂਰ ਉਹਦਾ ਹੀ ਨਹੀਂ ਹੈਗਾ, ਉਹ ਸਫਾਈ ਕਰਨ ਵਾਲਿਆਂ ਦਾ ਜਾਂ ਨਰਸਾਂ ਦਾ ਜਾਂ ਹੋਰ ਵੀ ਆ। ਵਾਈਸ ਚੇਅਰਮੈਨ ਇੱਕ ਬੈੱਡ ਚੈੱਕ ਤਾਂ ਨਹੀਂ ਕਰਦਾ, ਹਾਂ ਰਾਊਂਡ ਲਾਉਂਦਾ, ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਹਦਾ ਕਸੂਰ ਇੰਨਾ ਨਹੀਂ ਹੈਗਾ ਜਿੰਨੀ ਉਹਨੂੰ ਪੰਿਸ਼ਮੈਂਟ ਦਿੱਤੀ ਗਈ, ਜਿਹਦੀ ਉਹਦੀ ਜਾਤੀ ਤੌਰ 'ਤੇ ਇਨਸਲਟ ਕੀਤੀ ਗਈ, ਬੇਇੱਜ਼ਤੀ ਕੀਤੀ ਗਈ। ਔਰ ਮੈਂ ਤਾਂ ਚਾਹਾਂਗਾ ਵੀ ਇਹੋ ਜਿਹੇ ਜਿਹੜੇ ਸਿਹਤ ਮੰਤਰੀ ਆ, ਅਸਤੀਫਾ ਤਾਂ ਉਹਨਾਂ ਨੂੰ ਦੇਣਾ ਚਾਹੀਦਾ, ਜਾਂ ਉਹਨਾਂ ਨੂੰ ਕੋਈ ਅਕਲ ਪਹਿਲੇ ਦਿੱਤੀ ਜਾਏ ਵੀ ਜਿਹੜੀ ਤੁਸੀਂ ਵਜ਼ੀਰੀ ਕਰਨੀ ਆ ਜਾਂ ਜਿਹੜਾ ਮੰਤਰੀ ਵਿਭਾਗ ਲੈਣਾ ਵਾ, ਉਹਦੀ ਤੁਸੀਂ ਚੈਕਿੰਗ ਕਿੱਦਾਂ ਕਰਨੀ ਆ। ਉਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਆ, ਕਿਉਂਕਿ ਇਹ ਪਹਿਲੀ ਸਰਕਾਰ ਆ ਜਿਸ 'ਚ ਸਾਰੇ ਨਵੇਂ ਬੰਦੇ ਆ। ਔਰ ਜੇ ਟ੍ਰੇਨਿੰਗ ਨਹੀਂ ਤਾਂ ਉੱਥੇ ਜਾ ਕੇ ਗੁੰਡਾਗਰਦੀ ਕਰਨੀ ਆ ਤਾਂ ਉਹਨੂੰ ਕਿਸੇ ਨੇ ਐਕਸੈਪਟ ਨਹੀਂ ਕਰਨਾ। ਪੰਜਾਬੀਆਂ ਦਾ ਆਪਣਾ ਮਾਣ ਸਤਿਕਾਰ ਹੈ, ਜੇ ਉਹਨਾਂ ਤੋਂ ਕੋਈ ਗਲਤੀ ਹੁੰਦੀ ਆ ਜਾਂ ਉਹ ਢਿੱਲਪੁਣਾ ਹੁੰਦਾ ਵਾ ਤਾਂ ਉਹਦਾ ਜਿਹੜਾ ਜ਼ਿੰਮੇਵਾਰ ਵਿਅਕਤੀ ਆ, ਜਿਹੜਾ ਬੈੱਡ ਸਾਫ਼ ਕਰਦਾ ਵਾ ਜਾਂ ਜਿਹਦੀ ਡਿਊਟੀ ਨਰਸ ਦੀ ਜਾਂ ਸਫਾਈ ਕਰਮਚਾਰੀ ਦੀ, ਇਹ ਉਹਨਾਂ ਦੇ ਉੱਤੇ ਗਾਜ ਡਿੱਗਣੀ ਚਾਹੀਦੀ ਸੀ, ਨਾ ਕਿ ਵਾਈਸ ਚਾਂਸਲਰ ਦੇ ਉੱਤੇ। ਇਸ ਕਰਕੇ ਇਹ ਉੱਥੇ ਹਰ ਵਿਅਕਤੀ ਜਿਹੜਾ ਪੜ੍ਹਿਆ ਲਿਖਿਆ ਵਿਅਕਤੀ ਆ ਜਾਂ ਡਾਕਟਰ ਆ, ਜਾਂ ਜਿੱਦਾਂ ਇਹ ਲੜਕੀ ਆਪਣੇ ਮਨਜਿੰਦਰ ਕੌਰ ਹੈ, ਪ੍ਰੋਫੈਸਰ ਮਨਜਿੰਦਰ ਕੌਰ, SMO ਕੋਈ ਛੋਟੀ ਪੋਸਟ ਨਹੀਂ ਹੁੰਦੀ, ਚੀਫ ਮੈਡੀਕਲ ਅਫਸਰ ਡਿਸਟ੍ਰਿਕਟ ਦੀ ਇੰਚਾਰਜ ਹੁੰਦੀ ਆ, ਉਹਨੇ ਵੀ ਅਸਤੀਫਾ ਦਿੱਤਾ। ਇਹਦਾ ਹੋਰ ਵੀ ਅਸਤੀਫੇ ਆ ਰਹੇ ਆ, ਅਤੇ ਇਹ ਇੱਥੇ ਫੀਲ ਕੀਤਾ ਜਾ ਰਿਹਾ ਵੀ ਇਹ ਲੋਕਾਂ ਦੀ ਬੇਇੱਜ਼ਤੀ ਕਰਦੇ ਆ, ਇਹਨਾਂ ਨੂੰ ਬੋਲਣ ਦੀ ਜਾਂਚ ਨਹੀਂ।
ਔਰ ਇਸ ਤਰੀਕੇ ਨਾਲ ਬੋਲਦੇ ਆ ਜਿੱਦਾਂ ਇਹ ਕਿਤੇ ਅਨਪੜ੍ਹ ਹੁੰਦੇ ਆ। ਅਨਪੜ੍ਹ ਵੀ ਡਿਕਟੇਟਰਸ਼ਿਪ ਜਿੱਦਾਂ ਨਾ ਅਸੀਂ ਡੰਡੇ ਦੇ ਨਾਲ ਇਹ ਚੀਜ਼ ਸੁਧਾਰਨ ਆਏ ਆ। ਹਾਂਜੀ ਹੁਣ ਇਹ ਕੋਈ ਤਰੀਕਾ ਥੋੜ੍ਹਾ ਆ, ਕਸਟਮਰ ਸਰਵਿਸ ਕੋਈ ਚੀਜ਼ ਹੁੰਦੀ ਆ। ਹਾਂਜੀ ਕਸਟਮਰ ਸਰਵਿਸ ਦੀ ਇਹਨਾਂ ਨੂੰ ਕੋਈ ਟ੍ਰੇਨਿੰਗ ਹੋਣੀ ਚਾਹੀਦੀ ਹੈ ਨਾ। ਹੁਣ ਵਜ਼ੀਰਾਂ ਨੂੰ ਇਹ ਪਹਿਲੀ ਵਾਰੀ ਹੈ ਕਿ ਇਹਨਾਂ ਵਜ਼ੀਰਾਂ ਨੂੰ ਬੋਲਣਾ ਨਹੀਂ ਆਉਂਦਾ ਜਾ ਕੇ। ਹੈਲੋ ਸਤਿ ਸ਼੍ਰੀ ਅਕਾਲ ਠੇਕੇਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਲੂਟਨ ਤੋਂ ਮੱਖਣ ਸਿੰਘ ਬੋਲਦਾ। ਆਓ ਮੱਖਣ ਸਿੰਘ ਜੀ। ਇਹ ਵੈਸੇ ਠੀਕ ਵੀ ਹੈ, ਨਹੀਂ ਵੀ ਠੀਕ ਹੈ, ਕਿਉਂਕਿ ਇਹਨੂੰ ਚਾਹੀਦਾ ਸੀਗਾ ਮੰਤਰੀ ਨੂੰ ਕਿ ਉਹਨੇ ਇੱਕ ਪਾਸੇ ਲਿਜਾ ਕੇ ਨਾ ਜਦੋਂ ਆਫਿਸ ਇੰਗਲੈਂਡ ਜਿੱਦਾਂ ਕਰਦੇ ਕੋਈ ਕਿਸੇ ਨੂੰ ਨੋਟਿਸ ਦੇ ਦਿੰਦੇ ਆ 2 ਦਿਨ ਦਾ, ਉਹਨੂੰ ਆਪਣੇ ਦਫ਼ਤਰ ਸਾਦੇ ਪਹਿਲਾਂ ਤਾਂ ਆਪਣੇ ਆਫਿਸ ਚ ਲਿਆ ਗੱਲਬਾਤ ਕਰਨ ਦੇ ਨਾਲ। ਤੇ ਦੂਸਰੀ ਗੱਲ ਹੈ ਵੀ ਓਵਰਆਲ ਰਿਸਪੌਂਸਿਬਿਲਿਟੀ ਵਾਈਸ ਚਾਂਸਲਰ ਹੈਗਾ ਆ BC ਦੀ ਆ, ਕਿਉਂਕਿ ਨਹੀਂ ਵੇਖੋ ਜੀ ਹਰ ਡਿਪਾਰਟਮੈਂਟ ਦਾ ਨਹੀਂ ਸਾਹਿਬ ਮੱਖਣ ਸਿੰਘ ਜੀ। ਹੁਣ ਜਿਹੜਾ ਵਾਈਸ ਚਾਂਸਲਰ ਆ ਉਹ ਡੇਲੀ ਤੇ ਨਹੀਂ ਇੰਸਪੈਕਸ਼ਨ ਕਰਦਾ ਨਾ। ਨਹੀਂ ਪਰ ਇਹ ਤਾਂ ਹੁਣ ਜਿੱਦਾਂ ਦਿਸਦਾ ਉਹਦੀ ਬੈੱਡ ਤੋਂ ਦਿਸਦਾ ਕਿ ਕਈ ਪਤਾ ਨਹੀਂ ਕਿੰਨੇ ਸਾਲਾਂ ਤੋਂ ਸਾਫ਼ ਕੀਤੀ ਗਈ ਬੈੱਡ। ਨਹੀਂ ਇਹ ਤਾਂ ਨਹੀਂ ਹੈ। ਫਿਰ ਜੇ ਫਰਜ਼ ਕੀਤਾ ਤਾਂ ਤੁਹਾਡੀ ਗੱਲ ਮੰਨ ਲਈਏ ਵੀ ਕਈ ਸਾਲਾਂ ਤੋਂ ਉਹ ਬੈੱਡ ਨਹੀਂ ਸਾਫ਼ ਕੀਤਾ ਗਿਆ ਤੇ ਫਿਰ ਇਹ ਇੱਦਾਂ ਤਾਂ ਨਹੀਂਗਾ ਵੀ ਜ਼ਬਰਦਸਤੀ ਵਾਈਸ ਚਾਂਸਲਰ ਨੂੰ ਕਿਹਾ ਜਾਏ ਤੂੰ ਇਹ ਤੇ ਲੰਮਾ ਪੈ ਜ਼ਬਰਦਸਤੀ ਕਿਹਾ ਜਾਏ। ਇਹ ਤਾਂ ਵਧੀਕੀ ਹੈ ਨਾ, ਬਦਸਲੂਕੀ ਹੈਗੇ, ਬਦਸਲੂਕੀ ਹੈ। ਤੇ ਮੈਂ ਕਹਿੰਦਾ ਕਿ ਇਹੀ ਆਕਾਸ਼ ਕਿ ਇਹੀ ਟ੍ਰੀਟਮੈਂਟ ਕਿਸੇ ਪੁਲਿਸ ਨਾਲ ਕੀਤੀ ਜਾਂਦੀ ਨਾ, ਤਾਂ ਕਿ ਉਹ ਪੁਲਿਸ ਗੁੰਡੇ ਆ ਪੁਲਿਸ ਨਹੀਂ। ਉਹ ਮੈਂ ਪੰਜਾਬ 'ਚ ਪੁਲਿਸ ਨਾ ਹੋਵੇ ਤਾਂ ਪੰਜਾਬ ਚੰਗੀ ਤਰ੍ਹਾਂ ਬੈਟਰ ਰਨ ਹੋ ਸਕਦਾ ਹੈ। ਹਾਂਜੀ ਕਿਉਂਕਿ ਮੇਰੀ ਸੋਚ ਅਨੁਸਾਰ ਸਾਰਾ ਗੰਦ ਪੁਲਿਸ ਦਾ ਪਾਇਆ ਹੋਇਆ ਹੈ। ਕੋਈ ਵੀ ਸਰਕਾਰ ਪੁਲਿਸ ਨੂੰ ਕਾਬੂ ਕਰ ਲਵੇ ਨਾ, ਹਾਂਜੀ ਕੋਈ ਵੀ ਸਰਕਾਰ, ਮੈਂ ਕਹਿੰਦਾ 80% ਕਰਪਸ਼ਨ ਇੰਡੀਆ ਵਿੱਚ ਐਟ ਸਟ੍ਰੋਕ ਫਿਨਿਸ਼ ਹੋ ਸਕਦੀ ਹੈ। ਕਿਉਂਕਿ ਸਾਰਾ ਗੰਦ ਪੁਲਿਸ ਦਾ ਪਾਇਆ। ਸਾਨੂੰ ਕਿਤੇ ਅਸੀਂ ਕਿਤੇ ਕੰਪਲੇਨ ਕਰਨੀ ਪੱਕਾ ਪੁਲਿਸ ਕੋਲ ਜਾਂਦੇ। ਨਹੀਂ ਇਹਦੇ ਵਿੱਚ ਪੁਲਿਸ ਦਾ ਕੀ ਰੋਲ ਹੈ? ਬੈਡ ਸਾਹਿਬ ਕੋਈ ਨਹੀਂ ਹੈ। ਮੈਂ ਵੈਸੇ ਕਹਿ ਰਿਹਾ ਹਾਂ ਕਿ ਜੇ ਇਹਨੂੰ ਡਾਂਟਣ ਦੀ ਬਜਾਏ ਕਿ ਪੁਲਿਸ ਨੂੰ ਕੰਟਰੋਲ ਕਰ ਲਵੇ ਨਾ, 2 ਡਿਫਰੈਂਟ ਮੁੱਦੇ ਆ। ਮੈਂ ਹਾਂਜੀ ਉਧਰ ਨੂੰ ਕਰਦੇ। ਹਾਂਜੀ ਤੇ ਮੈਂ ਕਹਿ ਰਿਹਾ ਕਿ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ, ਪੁਲਿਸ ਨੂੰ ਕੰਟਰੋਲ ਕਰਨਾ ਚਾਹੀਦਾ। ਹਾਂਜੀ ਤੇ ਇਹ ਵੈਸੇ ਇਹਨਾਂ ਨੂੰ ਇੰਨਾ ਨਹੀਂ ਕਰਨਾ ਚਾਹੀਦਾ। ਸਾਰੇ ਦੇ ਸਾਹਮਣੇ ਆਪਣੇ ਦਫ਼ਤਰ 'ਚ ਲੈ ਜਾਂਦੇ, ਜੇ ਉਹਦੇ ਦਫ਼ਤਰ 'ਚ ਲੈ ਜਾਈਏ ਉਹਨੂੰ ਕਹਿੰਦੇ ਕਿ ਆਹ ਠੀਕ ਨਹੀਂ ਹੈਗਾ ਹੈ, ਪਰ ਏਦਾਂ ਸਾਰੇ ਦੇ ਸਾਹਮਣੇ ਕਹਿਣਾ ਠੀਕ ਨਹੀਂ ਹੈਗਾ। ਹਾਂਜੀ ਇਹ ਜੋ ਕੁਝ ਕੀਤਾ ਇਹਨੂੰ ਕੋਈ ਵੀ ਵਿਅਕਤੀ ਜਿਹੜਾ ਉਹ ਚੰਗਾ ਨਹੀਂ ਸਮਝਦਾ। ਜਿਹੜਾ ਵੀ ਕੋਈ ਰਿਸਪੈਕਟਡ ਵਿਅਕਤੀ ਆ, ਜੇ ਉਹਦੇ ਕੋਲ ਕੋਈ ਗਲਤੀ ਹੁੰਦੀ ਵੀ ਆ, ਜੇ ਉਹਨੇ ਕੁਤਾਹੀ ਕੀਤੀ ਵੀ ਆ ਤਾਂ ਕੁਤਾਹੀ ਤੋਂ ਇੰਨੀ ਸਜ਼ਾ ਨਹੀਂ ਦੇਣੀ ਚਾਹੀਦੀ ਕਿ ਉਹਦਾ ਜਾਤੀ ਹਿਰਦੇ ਤੋਂ ਹੀ ਉਹਨੂੰ ਇੱਦਾਂ ਮਹਿਸੂਸ ਹੋਏ ਕਿ ਮੈਂ ਗੁਲਾਮ ਆ ਇਹਨਾਂ ਦਾ। ਉਹ ਗੁਲਾਮ ਨਹੀਂ ਹੈਗਾ ਤੇ ਨਾ ਗੁਲਾਮ ਸਮਝਿਆ ਜਾਣਾ ਚਾਹੀਦਾ। ਸਾਡੀ ਹੁਣ ਇੱਕ ਛੋਟੀ ਬ੍ਰੇਕ ਦਾ ਟਾਈਮ ਆ ਗਿਆ ਜੀ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਇੱਕ ਛੋਟੀ ਬ੍ਰੇਕ ਤੋਂ ਬਾਅਦ। ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਹਿਮਦ ਸਾਹਿਬ ਤੁਸੀਂ ਕੋਈ ਕਹਿਣਾ ਚਾਹੁੰਦੇ ਹੈ? ਹਾਂਜੀ ਮੈਂ ਆਪਣਾ ਜਿਹੜਾ ਤੁਸੀਂ ਮੁੱਦਾ ਅੱਜ ਦੱਸਿਆ ਪਹਿਲਾਂ ਕਿ ਏਡੇ ਵੱਡੇ ਬੰਦੇ ਦੀ ਏਡਾ ਪੜ੍ਹ ਕੇ ਆਇਆ, ਇੰਨਾ ਮਿਹਨਤ ਕਰਕੇ ਉਸ ਮੁਕਾਮ ਤੇ ਪਹੁੰਚਿਆ ਤੇ ਉਹਨੂੰ ਜ਼ਲੀਲ ਕਰਨ ਲੱਗਾ 1 ਮਿੰਟ ਨਹੀਂ ਲਾਇਆ। ਤੇ ਸੋਚਣਾ ਚਾਹੀਦਾ ਵਾ ਕਿ ਉਹ ਵਜ਼ੀਰ ਜਿਹੜਾ ਅਗਰ ਉਹਦੇ ਨਾਲ ਇਹ ਗੱਲ ਕੀਤੀ ਕੋਈ ਕਰੇ, ਉਹਨੂੰ ਜ਼ਲੀਲ ਇਸ ਤਰ੍ਹਾਂ ਕਰੇ ਤੇ ਉਹਦੇ ਪੱਲੇ ਕੀ ਰਹੇਗਾ। ਇਸ ਵਾਸਤੇ ਹਰ ਇੱਕ ਕਿਸੇ ਦੇ ਮੁਕਾਮ ਨੂੰ ਸੋਚ ਕੇ ਤੇ ਫਿਰ ਸੋਚਣਾ ਚਾਹੀਦਾ ਕਿ ਮੈਂ ਕਿੱਥੇ ਖੜਾ ਹੋਵਾਂਗਾ ਅਗਰ ਮੇਰੀ ਇਹ ਬੇਇੱਜ਼ਤੀ ਕੀਤੀ ਜਾਵੇ। ਤੇ ਮੈਂ 2-3 ਸ਼ੇਰ ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਬੰਦੇ ਨੂੰ ਆਖਰਤ ਯਾਦ ਕਰਾ ਦਿੰਦੇ ਕਿ ਬੰਦੇ ਦੀ ਅਖੀਰ ਕੀ ਹੋਣੀ ਹੈ। ਕਾਲੇ ਵਾਲ ਮੁਸਾਫਿਰ ਹੋ ਗਏ, ਉੱਤੇ ਚਿੱਟਿਆਂ ਡੇਰਾ ਲਾਇਆ ਤੇ ਅੱਖਾਂ ਖੋਲ ਮੁਹੰਮਦ ਬਖਸ਼ਾ ਤੇ ਮੌਤ ਸੁਨੇੜਾ ਆਇਆ। ਤੇ ਜਿਸ ਘਰ ਸਾਰੀ ਉਮਰ ਗੁਜ਼ਾਰੀ, ਇੱਕ ਰਾਤ न ਮਿਲਿਆ ਰਹਿਣਾ ਤੇ ਕੁਝ ਦਿਨ ਤੈਨੂੰ ਉਹ ਯਾਦ ਕਰਨਗੇ, ਫਿਰ ਨਾਮ ਕਿਸੇ ਨਹੀਂ ਲੈਣਾ। ਤੇ ਪਰ ਬੁੱਕ ਮਿੱਟੀ ਦੇ ਪਾਉਂਦੇ ਤੇ ਕਰਦੇ ਢੇਰ
उचेरा ते फाते आयाख करानू जांदे ते परत न पाउंदे फेरा ते दुनिया नाल ना गई किसे दे ते टुर टुर गए इकले ते ओह पले जिना वो छंड छंड रखे इस धूड़ों हथ पल्ले ते जिस छड़िए बच्चे खानी दुनिया ते जिस छड़ी ए बच्चे खानी ते सोयो सुगड़ सियाना ते ऐसी डायन नाल मुहम्मद ते कानू अकद निभाना। हाँ जी, तुसी बड़ी सोहना शेर सुनाया जी। अखीर के उत्ते बंदे नूं याद रखना चाहिए भी जदों उन्हें जाना वा उहदा की हाल होना वा ते जिहड़े तुहाडे गुनाहां दी सज़ा उस रब ने देनी आ वो तुहाडे कर्मां दे उत्ते निबेड़ा होना वा ते वो वक्त नूं जरूर याद रखना चाहिए। हुण असीं चलदे हां भी जिवें पंजाब विच चमदियां चलाईयां जांदियां एक कमेटी बनाई सी राघव चड्डे की, तुहानूं उन्हां दी फोटो भी दिखा दिंदे आ। ये जी राघव चड्डा, इनूं तुसीं जानदे होगे कि इहदी कोई खास बैकग्राउंड नहीं, ये दिल्ली का एक केजरीवाल का खास बंदा वा, नज़दीकी जे रिश्तेदार भी कह लो तो वह भी है तो नज़दीकी भी आ। सब तो पहला तो इनू पंजाब विच लाया गया देखभाल ली, उसके बाद ये होर मेहरबानी की केजरीवाल ने कि इसनूं उन्होंने राज सभा का मैंबर भी बनाता। पर इत्थे भी केजरीवाल की जिहड़ी आ वो गल मुक्की नहीं, क्योंकि वो तो इनू पंजाब का मुख मंत्री बनाना चाहता सी, पर उन्हें देखा भी हुण मुख मंत्री तो मैं बना नहीं सकता, तो उन्हें इनडायरैक्ट एक सलाहकार कमेटी बनाई, तो वो सलाहकार कमेटी का चेयरमैन इनू बनाता। और ये राघव चड्डा सलाहकार कमेटी का सी। और उसके बाद जी मुख मंत्री नूं सलाह देनी आ तो मुख मंत्री ये सलाह ना चलूगा। फिर इनडायरैक्ट ये देखा जाए भी चीफ मिनिस्टर भगवंत मान नहीं सी, चीफ मिनिस्टर राघव चड्डा सी। पर उत्थे एक वकील जिहड़े सी मनमोहन सिंह जिहड़े पट्टी आ, उन्होंने एक एप्लीकेशन दायर की हाई कोर्ट दे विच कि ये इलीगल कमेटी आ, इनू कोई इदा हक नहीं गा कि इस चेयरमैन कमेटी का इनू बनाया जाए तो ये इनडायरैक्ट पंजाब से रूल करे ते और जिहड़ा मुख मंत्री आ उहदे उत्ते इहदा एक प्रैशर जिहा बनाया जाए। हाई कोर्ट ने एक उन्होंने फटकार पाई जां उन्होंने सलाह दी जां उन्होंने कहा भी इहदा जवाब दिओ भी जिहड़ी पंजाब गौरमेंट आ की सोचदी आ ते इनू क्यों लाया। इहदा हुण जवाब पंजाब गौरमेंट नूं देना पैना वा और हो सकदा कि ये कोर्ट विच होर भी इनू घड़ीसिया जाए तो बाद विच समझण भी साडी ये गलती आ ते असीं ये कमेटी भंग करदे कोई इदां दी गल हो सकदी आ। पर एक गल पंजाब दे निवासियों नूं पंजाब दे रहण वालियां नूं एक गल असीं जरूर कहना चाहुंदे आ, तुसीं कदी भी उन्हां आदमियां व्यक्तियां दी ਜਿਹੜੇ पंजाबी भी नहीं है, इलैक्टेड भी नहीं है, जां उन्हां दियां जे इदां धमकियां बर्दाश्त तुहानूं नहीं करनियां चाहीदियां। उत्थे कानून दा राज है, जे तुहानूं कोई लगदा वा भी ये गल गलत हो सकदा ते जिवें ये भट्टी साहब कोर्ट च गए आ तुहानूं भी कोर्ट च इदां जाना चाहिदा वा। और कोर्ट ने यह भी कह दिता भी इहो जी कोई भी कमेटी आ वो गवर्नर नूं बनाउणी चाहीदी है, गवर्नर बना सकदा, उहदे अधिकार खेतर विच आ ना कि मुख मंत्री दे अधिकार खेतर दे विच। ते जे गवर्नर दे अधिकार खेतर विच आ ते फिर भी इहदा कोई हक नहीं गा ये कमेटी ते चंगा तो ये होवे कि राघव चड्डा अपने आप ही इनू रिजाइन कर जाए तो ये जिहड़ा चैप्टर इत्थे क्लोज हो जाए, क्योंकि राघव चड्डे का पंजाबियों ने इस तरीके नाल इनडायरैक्ट रूल बर्दाश्त नहीं करना। पर वैसे जो CM की तो मूर्खता हुई जां मूर्खता के कटहरे च उन्होंने लिया खड़ा करता, जिद्दां कहा जाता भी ये गवर्नर नूं अधिकार है तो यह मतलब चीफ मिनिस्टर ने
ਕਿਸੇ ਦੀ ਸਲਾਹ ਤੇ ਜਾਂ ਆਪਣੀ ਮਰਜ਼ੀ ਦੇ ਨਾਲ ਜੋ ਵੀ ਕੀਤਾ ਇਹ ਗੈਰ ਵਿਧਾਨਕ ਕੰਮ ਕੀਤਾ ਨਾ। ਮੇਰਾ ਵੀ ਰਾਜ ਸਭਾ ਦਾ ਮੈਂਬਰ ਹੈ, ਉਹਨੂੰ ਚੁੱਕ ਕੇ ਆਪਣੀ ਪੰਜਾਬ ਦੀ ਕਮੇਟੀ ਦਾ ਚੇਅਰਮੈਨ ਬਣਾ ਲਿਆ ਆਪਣੇ ਉੱਪਰ ਔਰ ਆਪਣੇ ਪੈਰਾਂ 'ਚ ਹੀ ਆਪ ਘੁਆੜਾ ਮਾਰਿਆ। ਲੇਕਿਨ ਗੱਲ ਇਹ ਹੈ ਨਾ ਬਲ ਸਾਹਿਬ, ਜਦੋਂ ਉਹਦਾ ਚੀਫ ਜਿਹੜਾ ਕੇਜਰੀਵਾਲ ਆ ਇਹ ਉਹਦੇ ਕਹਿਣ ਦੇ, ਉਹਦੇ ਦਬਕੇ ਦੇ, ਉਹਦੇ ਪ੍ਰੈਸ਼ਰ ਦੇ ਥੱਲੇ ਹੋਇਆ। ਪਰ ਦੋ ਚੀਜ਼ਾਂ ਹੈ ਨਾ, ਇੱਕ ਤੇ ਆਪ ਖੁਦ ਇਹ ਮੂਰਖਤਾ ਦੇ ਕਟਹਿਰੇ ਖੜ ਗਿਆ, ਦੂਜੇ ਪਾਸੇ ਹੈਗਾ ਵੀ ਗਵਰਨਰ ਦੀ ਨਿਯੁਕਤੀ ਇਹੋ ਜਿਹੀ ਗੱਲ 'ਚ ਹੋ ਸਕਦੀ ਆ, ਉਹਦੀ ਸਲਾਹ ਤੋਂ ਬਿਨਾਂ ਗੱਲ ਹੋ ਨਹੀਂ ਸਕਦੀ। ਇਹਦਾ ਮਤਲਬ ਕਾਨੂੰਨੀ ਤੌਰ 'ਤੇ ਗੈਰ ਵਿਧਾਨਕ ਆ। ਤੇ ਗੈਰ ਵਿਧਾਨਕ ਕੰਮ ਜਿਹੜਾ ਚੀਫ ਮਿਨਿਸਟਰ ਤੋਂ ਕਰਾਇਆ ਜਾ ਰਿਹਾ ਤੇ ਫਿਰ ਕੇਜਰੀਵਾਲ ਦੀ ਜ਼ਿੰਮੇਵਾਰੀ ਇਹਦੇ 'ਚ ਬਣੂਗੀ, ਕਸੂਰਵਾਰ ਬਣੂ, ਜਾਂ CM ਫਿਰ ਮੁੜ ਕੇ ਆਪ ਹੀ ਫਿਰ ਕਸੂਰਵਾਰ ਇਹਦੇ ਵਿੱਚ ਬਣੂਗਾ। ਕੋਈ ਗੱਲ ਤਾਂ ਇਹ ਆ ਨਾ ਜੀ, ਜਦੋਂ ਕੋਈ ਵੀ ਇੱਕ ਰਾਜ ਸਭਾ ਦਾ ਮੈਂਬਰ ਹੈ ਜਿਹਦਾ ਇੰਟਰਸਟ ਆ ਜਾ ਕੇ ਦੇਸ਼ ਦੀ ਰਾਜ ਸਭਾ 'ਚ ਆਪਣੀ ਸਟੇਟ ਦੇ ਮਸਲੇ ਜਿਹੜੇ ਆ ਉਹ ਰੱਖਣੇ, ਉਹ ਉੱਥੇ ਤਾਂ ਉਹਦਾ ਇੰਟਰਸਟ ਕੋਈ ਹੈ ਨਹੀਂ। ਇੰਟਰਸਟ ਨਹੀਂ। ਅੱਛਾ, ਉਹਦਾ ਇੰਟਰਸਟ ਆ ਪੰਜਾਬ ਵਿੱਚ ਕਿੱਦਾਂ ਮੈਂ ਪੰਜਾਬ ਦੀ ਗੌਰਮੈਂਟ ਨੂੰ ਕੈਪਚਰ ਕਰਾਂ, ਮੈਂ ਪੰਜਾਬ ਵਿੱਚ ਕਿੱਦਾਂ ਡਾਇਰੈਕਟ ਇਨਡਾਇਰੈਕਟ ਰੂਲ ਕਰਾਂ। ਔਰ ਉਹਨਾਂ 'ਤੇ ਇਹ ਸਲਾਹਕਾਰ ਕਮੇਟੀ ਨੂੰ ਇੱਥੋਂ ਤੱਕ ਪਾਵਰ ਦਿੱਤੀ ਸੀ, ਉਹ ਡਾਇਰੈਕਟ ਕਿਸੇ ਅਫਸਰ ਨੂੰ ਜਾ ਕੇ ਪੁੱਛ ਸਕਦੇ ਆ, ਉਹਨੂੰ ਬੁਲਾ ਸਕਦੇ ਆ, ਉਹਨੂੰ ਸਲਾਹ ਦੇ ਸਕਦੇ ਆ। ਇਹ ਤਾਂ ਫਿਰ ਜਿਹੜੇ ਉੱਥੋਂ ਦੇ MLA ਚੁਣੇ ਆ ਉਹਨਾਂ ਦੀ ਤਾਂ ਕੋਈ ਇਹ ਵੀ ਖਬਰ ਸੀ ਵੀ ਕੋਰਟ ਨੇ ਇਹ ਵੀ ਮਹਿਸੂਸ ਕੀਤਾ ਹੈ ਵੀ ਫਿਰ ਤੁਹਾਨੂੰ ਜਿਹੜੇ MLA ਜਾਂ MP ਹੋਏ ਉੱਥੇ ਵਿਧਾਨ ਸਭਾ ਦੇ MLA ਦੀ ਵੋਟਾਂ ਪਾਉਣ ਵਾਸਤੇ ਕਿਉਂ ਜ਼ਰੂਰੀ ਆ, ਜੇ ਤੁਸੀਂ ਇੱਦਾਂ ਦੀਆਂ ਨਿਯੁਕਤੀਆਂ ਕਰਕੇ ਹੀ ਆਪਣਾ ਰਾਜ ਪ੍ਰਬੰਧ ਚਲਾਉਣਾ। ਉਹਨਾਂ ਨੇ ਕੋਰਟ ਨੇ ਇਸ ਚੀਜ਼ ਨੂੰ ਚੈਲੰਜ ਕੀਤਾ ਆ। ਉਹਨਾਂ ਨੇ ਜਵਾਬ ਮੰਗਿਆ ਵੀ ਤੁਸੀਂ ਇਹ ਕਿਉਂ ਕੀਤਾ ਹੈ, ਪੰਜਾਬ ਸਰਕਾਰ ਇਸ ਚੀਜ਼ ਦਾ ਜਵਾਬ ਦੇਵੇ। ਉਹ ਇਸ ਚੀਜ਼ ਦਾ ਜਵਾਬ ਤਾਂ CM ਨੂੰ ਦੇਣਾ ਪੈਣਾ ਨਾ, ਜੋ ਦੇਣਾ ਪਊਗਾ ਉਹਦੇ ਰਿਜ਼ਲਟ 'ਚ ਸਾਹਮਣੇ ਆਉਣਗੇ। ਉਹ ਹੋਊਗਾ ਵੈਸੇ ਪੰਜਾਬੀਆਂ ਦੇ ਨਾਲ ਜਿੱਦਾਂ ਇੱਦਾਂ ਦਾ ਸਿੱਧੇ ਤੌਰ 'ਤੇ ਜਿਹੜਾ ਮਾਹੌਲ ਕਰਨਾ ਉਹਨਾਂ ਨੂੰ ਕਬੂਲ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਇਸ ਚੀਜ਼ ਦਾ ਚੈਲੰਜ ਕਰਨਾ ਚਾਹੀਦਾ। ਬਲ ਸਾਹਿਬ ਇਹ ਤਾਂ ਇਹਨਾਂ ਨੇ ਇਹ ਵੀ ਪਹਿਲੇ ਕਹਿ ਦਿੱਤਾ ਸੀ ਵੀ ਕੇਜਰੀਵਾਲ ਕੋਲ ਵੀ ਇੰਨੀ ਪਾਵਰ ਹੋਣੀ ਚਾਹੀਦੀ ਆ ਜਾਂ ਹੈਗੀ ਆ ਕਿ ਉਹ ਪੰਜਾਬ ਦੇ ਕਿਸੇ ਆਫਿਸਰ ਨਾਲ ਸਿੱਧੀ ਗੱਲਬਾਤ ਕਰੇ ਤੇ ਉਹਨੂੰ ਸਿੱਧੀ ਇੰਸਟਰਕਸ਼ਨਾਂ ਦੇ ਸਕੇ। ਦੋਨੇ ਬੰਦੇ ਰੱਜ ਕੇ ਸਿਕਿਉਰਿਟੀ ਪੰਜਾਬ ਦੇ ਖਰਚੇ ਵਿੱਚੋਂ ਲੈ ਰਹੇ ਆ। ਔਰ ਪੰਜਾਬ ਦਾ ਖਜ਼ਾਨਾ ਜਿਹੜਾ ਇਹ ਇੱਦਾਂ ਦੀ ਮਾਰ ਸਹਿ ਨਹੀਂ ਸਕਦਾ ਜਿੱਦਾਂ ਦੇ ਇਹ ਦੋ ਬੰਦੇ ਖਾਣ ਲੱਗ ਪਏ ਆਉਂਦੇ ਹੀ। ਉੱਦਾਂ ਕਿਹਾ ਜਾਂਦਾ ਸਿਕਿਉਰਟੀਆਂ ਘਟਾਈਆਂ, ਲੇਕਿਨ ਉਹ ਤੇ ਆਣ ਕੇ ਸਿਕਿਉਰਟੀ ਜਿਹੜੀ ਆਪਣੀ ਰਾਜ ਸਭਾ ਦੇ ਮੈਂਬਰ ਦੀ ਸਿਕਿਉਰਟੀ ਦੀ ਇੰਨੀ ਕਦੇ ਹੋਈ ਨਹੀਂ ਜਿੰਨੀ ਇਹਨੂੰ ਮਿਲੀ ਕਦੇ। ਨਾਲੇ ਇਹ ਵੀ ਪਹਿਲੀ ਵਾਰ ਹੈ ਕਿ ਇੱਕ ਸਟੇਟ ਦਾ ਮੁੱਖ ਮੰਤਰੀ ਦੂਜੀ ਸਟੇਟ ਨੂੰ ਸਿਕਿਉਰਟੀ ਦੇ ਰਿਹਾ। ਦੂਜੀ ਸਟੇਟ ਦੇ ਮੁੱਖ ਮੰਤਰੀ ਨੂੰ ਸਿਕਿਉਰਟੀ ਦੇ ਰਿਹਾ। ਪੈਸਾ ਸਿਕਿਉਰਟੀ ਦਾ ਪੰਜਾਬ ਗੌਰਮੈਂਟ ਦਾ ਤੇ ਸਿਕਿਉਰਟੀ ਮਿਲ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਨੂੰ। ਕਿੱਡੀ ਹਾਸੋਹੀਣੀ ਨਹੀਂ ਗੱਲ। ਔਰ ਇਹ ਵੀ ਮੇਰਾ ਕਿਸੇ ਪੱਖੋਂ ਵੈਸੇ ਕੋਰਟ ਦੇ ਵਿੱਚ ਚੈਲੰਜ ਹੋ ਜਾਊਗਾ ਜਾਂ ਹੋਣਾ ਚਾਹੀਦਾ ਵੀ ਦੂਜੀ ਸਟੇਟ ਦੇ ਚੀਫ ਮਿਨਿਸਟਰ ਨੂੰ ਪੰਜਾਬ ਦਾ ਖਜ਼ਾਨਾ ਕਿਉਂ ਸਿਕਿਉਰਟੀ ਦੇਵੇ। ਇਹ ਕੀ ਅਧਿਕਾਰ ਕਿੱਥੋਂ ਚੀਫ ਮਿਨਿਸਟਰ ਨੇ ਬਣਾ ਲਿਆ ਕਿ ਚੀਫ ਮਿਨਿਸਟਰ ਜਿਹੜੇ ਚੰਗੇ ਕੰਮ ਕਰਦਾ ਚੰਗੇ ਕੰਮ ਕਰਦਾ, ਲੇਕਿਨ ਆਹ ਜਿਹੜਾ ਚੀਫ ਮਿਨਿਸਟਰ ਜਿਸ ਭੰਬਲ ਭੂਸੇ ਦੇ ਵਿੱਚ ਖੁਦ ਫਸਿਆ ਆ, ਅਖੀਰ ਜਵਾਬ ਇਹਨੂੰ ਹੀ ਦੇਣੇ ਪੈਣਾ। ਮੁੱਖ ਮੰਤਰੀ ਤੇ ਇਹ ਹੈ ਨਾ। ਇਸ ਦੇ ਨਾਲ ਹੀ ਅਸੀਂ ਜਿਹੜੀ ਅਗਲੀ ਗੱਲ ਕਰਦੇ ਹਾਂ ਜੀ, ਇੱਕ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਦੀ ਹਾਰ ਹੋਈ, ਹਾਰ ਵੀ ਬੜੀ ਬੁਰੀ ਤਰ੍ਹਾਂ ਹੋਈ, ਤਾਂ ਉਹਨਾਂ ਇੱਕ ਝੂੰਦਾ ਕਮੇਟੀ ਜਿਹੜੀ ਬਣਾਈ ਸੀ ਵੀ ਉਹਦਾ ਜਾਇਜ਼ਾ ਲੈ ਵੀ ਉਹ ਕਿਉਂ ਹਾਰ ਹੋਈ ਆ, ਕਿਸ ਤਰੀਕੇ ਨਾਲ ਹੋਈ ਆ ਹਾਰ। ਅਤੇ ਉਸਨੇ ਇਹ ਵੀ ਨਾਲ ਸੁਜੈਸ਼ਨ ਕੀਤੀ ਵੀ ਸਾਰੀਆਂ ਜਿਹੜੀਆਂ ਕਮੇਟੀਆਂ ਜਾਂ ਚੇਅਰਮੈਨੀਆਂ ਜਾਂ ਐਗਜੈਕਟਿਵ ਦੀਆਂ ਪੋਸਟਾਂ ਜਿਹੜੀਆਂ ਅਕਾਲੀ ਦਲ ਦੇ ਵਿੱਚ ਨੇ ਉਹ ਸਾਰਿਆਂ ਨੂੰ ਭੰਗ ਕੀਤਾ ਜਾਵੇ। ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਭੈਣ ਜੀ, ਠੀਕ ਹੋ? ਹਾਂਜੀ ਠੀਕ ਹਾਂ ਜੀ। ਭਾਜੀ ਮੈਂ ਥੋੜਾ ਜਿਹਾ ਜੋੜਾ ਮਾਜਰਾ ਸਾਹਿਬ ਬਾਰੇ ਕੁਝ ਗੱਲ ਕਰਨਾ। ਕਰੋ ਜੀ। ਹਾਂਜੀ, ਜਿਸ ਤਰ੍ਹਾਂ ਉਹਨਾਂ ਨੇ ਡਾਕਟਰ ਰਾਜ ਬਹਾਦਰ ਹੋਣਾ ਦੇ ਨਾਲ ਕੀਤੀ ਆ, ਮੇਰਾ ਸੁਝਾਅ ਇਹ ਹੈ ਕਿਉਂਕਿ ਜੇ ਭਗਵੰਤ ਮਾਨ ਖੁਦ ਵੀ ਪੜ੍ਹਿਆ ਲਿਖਿਆ ਹੋਵੇ ਤਾਂ ਉਹਨੂੰ ਕਿਸੇ ਐਜੂਕੇਟਡ ਬੰਦੇ ਦੀ ਇੱਜ਼ਤ ਬਾਰੇ ਪਤਾ ਹੋਵੇ। ਜੋੜਾ ਮਾਜਰਾ ਸਾਹਿਬ ਨੇ ਜਿਹੜੇ ਡਾਕਟਰ ਸਾਹਿਬ ਆ, ਮੈਂ ਖੁਦ ਵੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਬਹੁਤ ਸੱਭਿਅਕ ਤੇ ਬਹੁਤ ਐਕਸਪੀਰੀਅੰਸਡ ਬੰਦੇ ਨੇ। ਪੂਰੇ ਭਾਰਤ ਦੇ ਵਿੱਚ ਸਪਾਈਨ ਸਪੈਸ਼ਲਿਸਟ ਨੇ। ਬਹੁਤ ਦੂਰੋਂ ਲੋਕੀ ਉਹਨਾਂ ਤੋਂ ਸਮਾਂ ਲੈ ਕੇ ਆਉਂਦੇ ਤੇ ਬਹੁਤ ਨਿਮਰਤਾ ਦੇ ਨਾਲ ਉਹ ਪਬਲਿਕ ਨੂੰ ਡੀਲ ਕਰਦੇ ਤੇ ਉਹਨਾਂ ਦਾ ਟ੍ਰੀਟਮੈਂਟ ਦਿੰਦੇ ਆ। ਉੱਦਾਂ ਦਾ ਕੋਈ ਆਮ ਡਾਕਟਰ ਨਹੀਂ ਮਿਲ ਸਕਦਾ ਜਿੱਦਾਂ ਦੇ ਉਹ ਡਾਕਟਰ ਨੇ। ਠੀਕ ਹੈ ਜੀ। ਤੇ ਇੱਕ ਜੋੜਾ ਮਾਜਰਾ ਸਾਹਿਬ 12 ਜਮਾਤਾਂ ਪੜ੍ਹ ਕੇ ਇੱਕ ਸਪੈਸ਼ਲਿਸਟ, ਇੱਕ ਜਿਹੜੀ ਕਿ ਯੂਨੀਵਰਸਿਟੀ ਦੇ ਚੇਅਰਮੈਨ ਆ ਹਸਪੀਟਲ ਦੇ, ਉੱਥੇ ਜਾ ਕੇ ਇਸ ਤਰ੍ਹਾਂ ਦਾ ਵਤੀਰਾ ਕਰਦਾ।
ਭਗਵੰਤ ਮਾਨ ਨੂੰ ਉਹਨਾਂ ਦੀ ਨਿਯੁਕਤੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਡਿਪਾਰਟਮੈਂਟ ਨਾਲ ਸੰਬੰਧਿਤ ਜਾਂ ਉਹਨਾਂ ਨਾਲ ਲਿੰਕ ਲੋਕੀ ਜਿਹੜੇ ਹੈਗੇ ਆ, ਪੜ੍ਹੇ ਲਿਖੇ ਲੋਕੀ ਆ, ਇਹਨਾਂ ਦੇ ਬੰਨਵੀਆਂ ਦੇ ਵਿੱਚੋਂ ਤਾਂ ਪਟਿਆਲੇ ਤੋਂ ਇੱਕ ਡਾਕਟਰ ਵੀ ਹੈਗੇ ਆ MLA, ਉਹਨਾਂ ਨੂੰ ਮਿਨਿਸਟਰ ਬਣਾ ਸਕਦਾ ਉਹਨੂੰ ਪਤਾ ਤਾਂ ਹੋਵੇ ਮੈਡੀਕਲ ਲਾਈਨ ਦਾ ਕੁਛ। ਇਹ ਗੱਲ ਬਿਲਕੁਲ ਠੀਕ ਹੈ, ਜਿਹੜੀ ਲਾਈਨ ਮੈਡੀਕਲ ਲਾਈਨ ਦਾ ਹੀ ਜਿਹੜਾ ਵਜ਼ੀਰ ਹੋਣਾ ਚਾਹੀਦਾ, ਸਿਹਤ ਮੰਤਰੀ ਜੇ ਨਹੀਂ। ਬਿਲਕੁਲ ਬਿਲਕੁਲ। ਤੇ ਦੂਜੀ ਗੱਲ ਹੈਗੀ ਆ ਉਸ ਮਸਲੇ ਬਾਰੇ, ਜਿਹੜਾ ਗੰਦਾ ਗੱਦੇ ਦੇ ਬਾਰੇ ਦੱਸਿਆ, ਭਗਵੰਤ ਮਾਨ ਨੂੰ ਪਹਿਲਾਂ ਇਹ ਚਾਹੀਦਾ ਵੀ ਹਸਪੀਟਲਾਂ 'ਚ ਜਾ ਕੇ ਦੇਖੇ ਕਿੱਥੇ ਸਮਾਨ ਹੈਗਾ ਕਿੱਥੇ ਹੈ ਨਹੀਂ। ਡਾਕਟਰ ਨੇ ਤਾਂ ਆਪਣੀ ਤਨਖਾਹ 'ਚ ਲਿਆ ਕੇ ਮਸਲੇ ਨਹੀਂ ਵਿਛਾਣੇ ਉੱਤੇ। ਸਹੀ ਗੱਲ ਹੈ। ਹਾਂ, ਜਿਹੜੀ ਚੀਜ਼ ਪ੍ਰੋਵਾਈਡ ਕਰੇ ਫਿਰ ਭੇਜੇ ਮਿਨਿਸਟਰਾਂ ਨੂੰ ਦੇਖਣ ਦੇ ਲਈ। ਨਾਲੇ ਭੈਣ ਜੀ ਜਿਹੜੀ ਇਹ ਡਿਊਟੀ ਸਾਰੀ VC ਦੀ ਥੋੜੀ ਆ। ਬਿਲਕੁਲ, ਮਿਨਿਸਟਰੀ ਦਾ ਉਹਦਾ ਕੰਮ ਹੀ ਨਹੀਂ ਸੀ ਕੋਈ ਉੱਥੇ ਦੇਖਣ ਜਾਣ ਦਾ। ਉਹ ਆਪਣੇ ਕਿਸੇ ਜਿਹੜਾ ਡਿਪਾਰਟਮੈਂਟ ਨਾਲ ਲਿੰਕ ਬੰਦਾ ਸੀ ਉਹਨਾਂ ਨੂੰ ਕਹਿੰਦਾ, ਉਹਨਾਂ ਤੋਂ ਰਿਪੋਰਟ ਲੈਂਦਾ। ਹਾਂਜੀ। ਨਾਲੇ ਡਾਕਟਰ ਸਾਹਿਬ ਉਹਨਾਂ ਨੇ ਤਾਂ ਫੇਰ ਵੀ ਕਹਿ ਦਿੱਤਾ, ਉਹ ਕਹਿੰਦਾ ਕੀ ਤੂੰ ਇਹਦੇ ਤੇ ਲੰਮਾ ਪੈ ਸਕਦਾ? ਉਹ ਕਹਿੰਦਾ ਜਦ ਮੇਰੇ ਮਰੀਜ਼ ਪੈਂਦੇ ਆ ਤਾਂ ਮੈਂ ਵੀ ਪੈ ਸਕਦਾ। ਨਹੀਂ ਕਹਿੰਦੇ ਉਹਨੂੰ ਫੋਰਸ ਵੀ ਕੀਤਾ ਲੰਮਾ ਪੈਣ ਵਾਸਤੇ। ਬਹੁਤ ਘਟੀਆ ਗੱਲ ਕੀਤੀ ਹੈਗੀ ਆ ਇਹਨਾਂ ਨੇ। ਜੋ ਕੁਛ ਵੀ ਹੈਗਾ ਜਿਹੜਾ ਦਿਖਾਈ ਦੇ ਰਿਹਾ, ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈਗੀ ਉਹ ਥੱਲੇ ਤੋਂ ਬਹੁਤ ਨੀਚੇ ਜਾ ਰਹੀ ਆ। ਅੱਜ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਰਾਘਵ ਚੱਡੇ ਬਾਰੇ ਵੀ ਤੂੰ ਪੰਜਾਬ 'ਚ ਕੀ ਕਰਦਾ? ਜੇ ਤੈਨੂੰ ਸਾਰੀਆਂ ਪਾਵਰਾਂ ਦੇਣੀਆਂ ਸੀ ਤਾਂ ਮੁੱਖ ਮੰਤਰੀ ਦੇ ਵੋਟਾਂ ਦੀ ਕੀ ਲੋੜ ਸੀ? MLA ਕਾਹਦੇ ਲਈ ਚੁਣੇ ਆ? ਵੋਟਾਂ ਕਾਹਦੇ ਲਈ ਚੁਣੇ ਆ? ਇਲੈਕਸ਼ਨ ਕਾਹਦੇ ਲਈ ਕਰਾਇਆ? ਇੰਨਾ ਪੈਸਾ ਕਿਉਂ ਲਾਇਆ? ਤੇ ਇਸ ਕਰਕੇ ਇਹ ਜੋ ਕੁਛ ਵੀ ਕਰਦੇ ਆ ਇੱਕ ਵਾਰੀ ਕਰਕੇ ਦੂਜੀ ਵਾਰੀ ਮੁੜ ਕੇ ਆਉਂਦੇ ਆ। ਕੋਈ ਵੀ ਗੱਲ ਜਿਹੜੀ ਇਹ ਸਿਰੇ ਨਹੀਂ ਚੜਨ ਦੇ, ਮੈਨੂੰ ਤਾਂ ਲੱਗਦਾ ਨਹੀਂ। ਅਸਤੀਫਾ ਤੋਂ ਡਾਕਟਰ ਸਾਹਿਬ ਨੂੰ ਨਹੀਂ ਦੇਣਾ ਚਾਹੀਦਾ, ਅਸਤੀਫਾ ਤਾਂ ਸਿਹਤ ਮੰਤਰੀ ਨੂੰ ਦੇਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਵੀ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਜੋੜਾ ਮਾਜਰਾ ਸਾਹਿਬ ਨੂੰ, ਡਾਕਟਰ ਸਾਹਿਬ ਦੇ ਕੋਲੋਂ। ਬਿਲਕੁਲ ਡਾਊਨ ਟੂ ਅਰਥ ਪਰਸਨ ਨੇ ਉਹ। ਇਹਨੇ ਬਹੁਤ ਗਲਤ ਕੀਤਾ ਹੈਗਾ। ਆਪਣੇ ਸਾਰੇ ਮੈਡੀਕਲ ਡਿਪਾਰਟਮੈਂਟ ਜਿਹੜਾ ਹੈਗਾ ਉਹਦੇ ਨਾਲ ਨਾਲ ਪਬਲਿਕ ਵੀ ਉਹਨਾਂ ਤੋਂ ਬਹੁਤ ਨਾਰਾਜ਼ ਹੈ। ਮੈਡੀਕਲ ਜੇ CMO ਜਿਹੜੀ ਖਰੜ ਉਹਨੇ ਵੀ ਦੇਤਾ ਅਸਤੀਫਾ ਜੀ। ਹਾਂਜੀ ਕਈਆਂ ਨੇ ਦਿੱਤੇ, ਅੰਮ੍ਰਿਤਸਰ ਤੋਂ ਵੀ ਦਿੱਤਾ। ਪਰ ਗੱਲ ਇਹ ਆ, ਇਹਨੂੰ ਮਾਫੀ ਮੰਗਣੀ ਚਾਹੀਦੀ ਹੈ ਜ਼ਰੂਰ। ਭਗਵੰਤ ਮਾਨ ਉਹਦੀ ਜਗ੍ਹਾ ਤੇ ਮਾਫੀ ਮੰਗ ਰਿਹਾ। ਗੱਲ ਤੇ ਹੈ ਜੀ, ਉਹ ਭਗਵੰਤ ਮਾਨ ਦੀ ਆਪਣੀ ਕੋਈ ਲਿਆਕਤ ਹੈ ਨਹੀਂ ਗੀ। ਹੈ ਨਹੀਂ, ਬਸ ਉਹੀ ਤਾਂ ਦੱਸਿਆ ਵੀ ਜੇ ਉਹ ਖੁਦ ਐਜੂਕੇਟਡ ਹੁੰਦਾ ਉਹਨੂੰ ਪਤਾ ਹੁੰਦਾ ਵੀ ਉਸ ਮਹਿਕਮੇ ਦੇ ਨਾਲ ਕੰਸਰਨਡ ਬੰਦੇ ਨੂੰ ਮੈਨੂੰ ਲਾਉਣਾ ਚਾਹੀਦਾ। ਹੁਣ ਜੋੜਾ ਮਾਜਰਾ ਸਾਹਿਬ ਨੂੰ ਕੀ ਪਤਾ, ਜਾ ਕੇ ਉੱਥੋਂ ਪਿੰਡ ਚੋਂ ਖੇਤੀ ਕਰਦੇ ਕਰਦੇ ਤਾਂ ਮੈਡੀਕਲ ਡਿਪਾਰਟਮੈਂਟ ਦੇ ਉੱਤੇ ਰੋਕ ਪਾਉਣ ਲੱਗ ਗਏ। ਹਾਂਜੀ ਓਕੇ ਭੈਣ ਜੀ, ਮੇਰਾ ਇੰਨਾ ਕਹਿਣਾ। ਧੰਨਵਾਦ ਤੁਹਾਡਾ। ਕੋਈ ਨਹੀਂ, ਗੱਲ ਵਜ਼ੀਰਾਂ ਦੀ ਇਦਾਂ ਨਾ ਜੋਟੀਦਾਰ ਵਜ਼ੀਰ ਬਣਾ ਲੈਂਦੇ ਨਾ। ਮੇਰਾ ਕੁਆਲੀਫਾਈਡ ਵਜ਼ੀਰ ਬੰਦਾ ਬਣਿਆ ਹੋਵੇ, ਜਾ ਕੇ ਹਸਪੀਟਲ ਦਾ ਪਤਾ ਹੋਵੇ ਉਹਨੂੰ, ਤੇ ਜਾਂ ਮੈਡੀਕਲ ਸਿਸਟਮ ਦਾ ਪਤਾ ਹੋਵੇ। ਭੈਣ ਜੀ ਨੇ ਦੱਸਿਆ, ਬਹੁਤ ਡਿਟੇਲ 'ਚ ਦੱਸਿਆ, ਬਿਲਕੁਲ ਸਹੀ ਗੱਲ। ਔਰ ਵੈਸੇ ਇਹ ਗੁੰਡਾਗਰਦੀ ਵੀ ਨਿਮਰਤਾ ਵਾਲੇ ਬੰਦੇ ਨਾਲ ਹੀ ਕਰਦੇ ਆ। ਜੇ ਕੋਈ ਬੰਦਾ ਖਰਾਂਟ ਕਿਉਂਕਿ ਪਵੇ, ਜਿਹੜਾ ਬੰਦਾ ਗੱਲ ਸੁਣੀ ਜਾਂਦਾ ਨਾ ਉਹਦੇ ਨਾਲ ਹੀ ਧੱਕਾ ਕਰਦੇ ਨਾ। ਹੁਣ ਮੇਰੇ ਕਹਿਣ ਦਾ ਮਤਲਬ ਇਹ ਜਿਹੜਾ ਪਬਲਿਕ ਟਰਾਇਲ ਇਹਨਾਂ ਨੇ ਕਰ ਲਿਆ ਬਿਨਾਂ ਕਿਸੇ ਚਾਰਜ ਸ਼ੀਟ ਤੋਂ ਪਹਿਲਾਂ, ਉਹ ਲੋਕਾਂ ਦੇ ਵਿੱਚ ਉਹਨਾਂ ਨੂੰ ਭੰਡ ਲਿਆ, ਬਦਨਾਮ ਕਰ ਲਿਆ, ਬੇਇੱਜ਼ਤੀ ਕਰ ਲਈ, ਬਦਸਲੂਕੀ ਕਰ ਲਈ, ਤੇ ਹੁਣ ਉਹਦਾ ਕੋਈ ਰਾਹ ਲੱਭਦੇ ਫਿਰਦੇ। ਹਾਂਜੀ, ਅਸੀਂ ਗੱਲ ਕਰਦੇ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨੇ ਜਿਹੜੀ ਕਮੇਟੀ ਬਣਾਈ ਸੀ, ਇੱਕ ਜਿਹੜੀ ਕਿ ਦੇਖੇ ਵੀ ਕਿਸ ਤਰੀਕੇ ਨਾਲ ਅਕਾਲੀ ਦਲ ਬਾਦਲ ਨੂੰ ਦੁਬਾਰਾ ਆਪਣੇ ਮੁੜ ਪੈਰਾਂ 'ਤੇ ਖੜਾ ਕਰਨ ਵਾਸਤੇ ਕੀ ਕੰਮ ਕਰਨੇ ਚਾਹੀਦੇ ਆ। ਤੇ ਉਹਨਾਂ ਨੇ ਕਿਤੇ ਇਹ ਨਹੀਂ ਲਿਖਿਆ ਕਿ ਇਹ ਪ੍ਰਧਾਨ ਨੂੰ ਸਾਰੀਆਂ ਪਾਵਰਸ ਦੇ ਦਿੱਤੀਆਂ ਜਾਣ। ਜੇ ਕਮੇਟੀ ਭੰਗ ਕਰਨੀ ਸੀ ਤੇ ਸਭ ਤੋਂ ਪਹਿਲੇ ਪ੍ਰਧਾਨ ਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ। ਈਵਨ ਜੇ ਐਗਜ਼ੈਕਟਿਵ ਕਮੇਟੀ ਵੀ ਡਿਸੀਜਨ ਕੋ ਕਰਦੀ ਆ ਤੇ ਐਗਜ਼ੈਕਟਿਵ ਕਮੇਟੀ ਦਾ ਵੀ ਇਹੀ ਕੰਮ ਹੈ ਕਿ ਪਹਿਲੇ ਸਭ ਤੋਂ ਪ੍ਰਧਾਨ ਰਿਜ਼ਾਈਨ ਕਰੇ, ਫਿਰ ਕਮੇਟੀਆਂ ਤੇ ਐਗਜ਼ੈਕਟਿਵ ਕਮੇਟੀ ਭੰਗ ਹੋਵੇ ਤੇ ਨਵੇਂ ਸਿਰਿਓਂ ਉਹਦੀ ਚੋਣ ਹੋਵੇ ਵੀ ਕਿਹੜਾ ਵਾ। ਚੋਣ ਵੀ ਜਿੱਦਾਂ ਇਸ ਕੰਟਰੀ 'ਚ ਹੁੰਦੀ ਆ, ਸਭ ਤੋਂ ਪਹਿਲੇ ਬਲਾਕ ਪੱਧਰ 'ਤੇ ਚੋਣ ਹੋਣੀ ਚਾਹੀਦੀ ਆ, ਪਿੰਡ ਪੱਧਰ 'ਤੇ ਹੋਣੀ ਚਾਹੀਦੀ ਆ, ਫਿਰ ਤਹਿਸੀਲ ਪੱਧਰ 'ਤੇ, ਡਿਸਟ੍ਰਿਕਟ ਪੱਧਰ 'ਤੇ, ਉਸ ਤੋਂ ਚੁਣ ਕੇ ਤੇ ਫਿਰ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ। ਜਿਵੇਂ ਇੱਥੇ ਹੁਣ ਦੇਖੋ ਪ੍ਰਾਈਮ ਮਿਨਿਸਟਰ ਦੀ ਚੋਣ ਹੋ ਰਹੀ ਆ, ਜੇ ਇਸ ਤਰੀਕੇ ਨਾਲ ਕਿਤੇ ਚੋਣ ਹੋਵੇ ਤਾਂ ਸਹੀ ਬੰਦਾ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਅੱਗੇ ਆ ਸਕਦਾ। ਇਹਨਾਂ ਤਾਂ ਪਿਤਾ ਪੁਰਖੀ ਪ੍ਰਧਾਨਗੀ ਰੱਖੀ ਆ, ਸਾਰਿਆਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿਓ ਜੀ, ਤੇ ਸੁਖਬੀਰ ਉੱਥੇ ਦਾ ਉੱਥੇ। ਵੈਸੇ ਠੇਕੇਦਾਰ ਸਾਹਿਬ ਜਿਹੜੀ ਮੈਂਬਰ ਦੀ ਉਹ ਰਿਪੋਰਟ ਹੈ ਨਾ, ਰਿਪੋਰਟ ਦਾ ਮਤਲਬ ਇਹ ਹੈ ਵੀ ਸਾਰਿਆ ਕੁਝ ਭੰਗ ਕਰ ਦਿਓ। ਹਾਂਜੀ, ਆਮ ਮੈਂਬਰ ਤੁਸੀਂ ਦਿਸੋ ਉੱਪਰੋਂ ਲੈ ਕੇ ਥੱਲੇ ਤੱਕ, ਜਿਹੜਾ ਕੁਲਦੀਪ ਬਾਦਲ ਤੇ ਉਹਦੇ ਬਾਪ ਤੋਂ ਲੈ ਕੇ ਆਮ ਜਿਹੜੇ ਲੋਕ ਆ ਸ਼ਹਿਰੀ, ਉਹ ਸਾਰੇ ਇੱਕੋ ਜਿਹੇ ਦਿਸਣ
एक किस्म के एको सारे मैंबर आ बराबर, तो उन्होंने विचों तुसीं ढांचा बनाउण दी कोशिश करो। लेकिन इन्हों ने की कर लिया, अन्ना वंडे रेड़ियां, फिर आपो मुड़ मुड़ अपने इन्हों ने फिर वो राह लभ लिया भी सुखबीर बादल का वो कोई अधिकार नहीं गा भी वो किसी चीज़ को भंग कर सकता। कमेटी एग्जैक्टिव कमेटी को साझा फैसला लैके उत्ते को राय क्रिएट करे भी आप सारा अकाली दल भंग करन दी वो विच रिपोर्ट आ भी सारा दल भंग करके नवें तौर पर तुसीं संगठन करो लोगों के नाल। लेकिन इन्होंने फिर वो अपने टब्बर दी बनाउण दी कोशिश कर रहे हैं, तो लेकिन वो गल बननी नहीं जिहड़ी कुछ लभदा फिरदा ना पुत्त हुण। नहीं इन्होंने जो उतों पता लगा जी भी ਜਿਹੜੇ ਇਹਨਾਂ ਦੇ ਖਾਸ ਚਾਪਲੂਸ ਹੋਣਗੇ ਉਹਨਾਂ ਦੀ ਕੋਰ ਕਮੇਟੀ ਬਣਾਉਣਗੇ, ਉਹਨਾਂ ਦੀ ਐਗਜ਼ੈਕਟ ਕਮੇਟੀ ਬਣਾਉਣਗੇ, ਉਹ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਬਣਾਉਣਗੇ। ਜਿੱਦਾਂ ਅੱਗੇ ਸਾਰੇ ਆਪਣੇ ਕਲੀਨ ਸ਼ੇਪ ਬੰਦੇ ਸੀ ਉਹਨਾਂ ਨੂੰ ਜ਼ਿਲ੍ਹਿਆਂ ਦੇ ਕਈਆਂ ਨੂੰ ਪ੍ਰਧਾਨ ਬਣਾਇਆ ਸੀ। ਇਸ ਕਰਕੇ ਉਹਨਾਂ ਨੂੰ ਹੁਣ ਇਹ ਸੋਚਣ ਦੀ ਕੋਸ਼ਿਸ਼ ਕਰਨੀ ਆ ਵੀ ਇਹਨਾਂ ਨੂੰ ਕੋਈ ਚੈਲੰਜ ਕਰਨ ਵਾਲਾ ਨਾ ਐਗਜ਼ੈਕਟ ਕਮੇਟੀ ਰਹੇ, ਨਾ ਕੋਰ ਕਮੇਟੀ 'ਚ ਰਹੇ ਤੇ ਨਾ ਥੱਲੇ ਰਹੇ। ਇਹ ਜਿਹੜਾ ਸਿਸਟਮ ਹੈ ये चंगा नहीं हैगा, ये डिक्टेटरशिप वाला सिस्टम लोगों ने बर्दाश्त नहीं करना, ना पंजाबी इहदा बर्दाश्त करदे ही आ। जे इन्हां ने सही पंथक कमेटी बनाउणी आ जां पंथक अकाली दल बनाउणा वा ते सब तो पहला सुखबीर नूं रिजाइन करना चाहिए प्रधानगी तो, उस दे बाद फिर मैंबरशिप जिहड़ी आ होनी तो मैंबरशिप होनी चाहिए है, भावें कि जिस तरीके दे मर्जी वो मैंबरां दे डेलीगेट होण, डेली दे इजलास होए, वो जो ब्लाक वाइज जिद्दां अगे प्रधानगियां चलदियां ने, फिर डिस्ट्रिक्ट वाइज फिर प्रधान चुन, फिर उस दे नाल सही प्रधान आ वो डेमोक्रेसी दे राहीं आए। तो जे उस तरह आउंदा उहदे विच इहदा किते थां नहीं आउणा। नहीं ये तो इन्हों का तरीका यही है ना, मेरे कहते इन्होंने अपनी चापलूसी वाले बंदे इकट्ठे करके फिर अपना गुट बनाना, गुट बना के कोई किसी ताकत हासिल करनी है, SGPC के कब्जे रखने आ। तो ये विचारधारा इस टब्बर की बनी है, ना प्यो सुधर सकिया इस आदत तो, ना पुत सुधरन की कोशिश करता है। लोग पंथ का वास्ता पै के इन्होंने कुछ गल कहनी चाहते हैं पर इन्होंने खाने नहीं पै रही। इस करके सिखां नूं पंजाब दे सोचना चाहिए भी अकाली दल का अगां फ्यूचर जिहड़ा है ना, अकाली दल दे विचले बंदे आ जे बाहर पंथक जिहड़ियां धिरां आ ना, भी अकाली दल जिहड़ी आ इन्हां ने पार्टी जिहड़ी आ पंथक तौर ते पिंड दे विच किस तरह लियाउणी है। जे इसे टब्बर ने इदां दे पखंड करके गां अगे आउणा आ फिर उही पुरानी सियासत आ, उस हिसाब नाल इह जीणगे ते उस हिसाब नाल लुट्टणगे। चाहीदा ते है जी जिद्दां संगरूर की सीट तो इन्हां दी हार होई आ 5वें नंबर ते आउण दी, तो असीं सोचते सी भी उदों इन्हां नूं थोड़ी बहुती अकल आ जाएगी तो ये समझणगे भी लोगों ने पहले भी सानूं रिजैक्ट किया तो सीट से भी पूरी तरह रिजैक्ट होए ने। तो ये इन्हां नूं माड़ी मोटी भी जे शर्म होंदी तो रिजाइन उदण ही कर देंदे, पर अजे भी ये नहीं चाहुंदे। ये चाहुंदे आ कि मैं ही तो भी सुनिया भी प्रकाश बादल ने इनू सुखबीर नूं कहा भी जे तू रिजाइन करता मुड़ के सारी जिंदगी तो अकाली दल का एग्जैक्टिव मैंबर भी नहीं बनते काबल, तो इस करके रिजाइन ना करी जो मर्जी हो जाए। हुण उस लिए तो बुढ़ा मन किनारे आ, फिर भी वो ही कही जाता भी तू रिजाइन ना करी, तो रिजाइन करते जो उदा ही बगावत करते हैं लोग भी अं तेन प्रधान मानते नहीं फिर की करूँगा। ये जिस तरीके बजुर्ग ने प्रकाश बादल ने चोन लड़ के अपनी आखिरी उम्र बेइज्जती कराई आ, इस तरीके सुखबीर ने भी अपनी बेइज्जती करवानी आ। तो ये बेइज्जती कराउण दा भी इन्हां ने लोकां नूं आप हक देना वा, क्योंकि लोगों को भी राह कोई नहीं ना। हाँ जी, क्योंकि शर्मसार तो हो नहीं रहे, शर्म तो इन्होंने कोल की लंघदी नहीं। आ जी संगरूर की इलैक्शन हुई आ ये बारे इन्होंने आप इन्वेट करना चाहिए भी सानू कोई चंगा राह अपनाइए। हाँ, लेकिन ये वैसे बेसिकली जो तरीका है अपनाते हैं ना, ये जथेबंदी की बनतर में गांह ये रोड़ा आ ये परिवार अगे तो ये कब्जा सी ना, हुणे बनतर जी नवीं बनतर भी कोई लोग समझ वो पक्के रोड़े आ, जिन्ना चਿਰ टब्बर लांभे नहीं ना हुंदा उन्ना चਿਰ अकाली दल पंजाब दे विच अपने तौर ते एक पार्टी के तौर ते अगे नहीं आ सकता। ये बलता ये भी एक रोड़ा ना जो अकाल तख्त का जथेदार कार्यकारी जथेदार प्रीत सिंह है, वो भी एक बड़ा वड्डा रोड़ा वा, वो भी इन्हों लथन की बजाय पक्या करवा रहा। वो कोई ना कोई यहो बयान दे जाऊगा अकाली दल की शाह खराब हो रही है, कमज़ोर आ, वो मतलब इदा के बयान दे के जां गर्म बयान दे के वो ट्राई करता किसी तरह ये मुर्दे च जान पै जाए।
क्योंकि जी वैसे आम तौर पर कई बार एक माहौल वाली गल बन जाती अकाल तख्त का जिस तनख्वाहदार आ तनख्वाह तो वैसे उन्होंने मिलती है भी चलो आफ्टर हरेक बंदे ने ड्यूटी ते जाना अपने टब्बर का पालन पोषण करना लेकिन यही बंदा जथेदार ऐसा आ ना ये वाकई साबित कर रहा उन्होंने भी मैं इन्हों का तनख्वाहदार हाँ। ये बड़ी गिरावट वाली गल है और शर्म वाली भी गल है जथेदार वास्ते वो जिन्ने बयान देने वो बयान साबित करते भी प्रकाश सिंह बादल तो वो पुत का मैं वफादार हाँ और उन्होंने मैं तनख्वाहदार SGPC द्वारा उन्होंने वालों बनाया जदों वह बयान आता है वो बयान फिर आन के इन्हों की वास्ते संजीवनी बूटी बन के इन्हों फिर खड़े करता है और वाकई तुहाडी गल सही है तकड़ा जिहड़ा राह दे विच अड़िक्का जिहड़ा है ना अकाल तख्त दे जथेदार दी जिहड़ी आ वो हस्ती नूं वरतन वाली दुरवरतों जिहड़ी आ ਇਹ ਹਰਪ੍ਰੀਤ ਸੋਹਣੀ ਨਹੀਂ ਜੇ ਉਹ ਇਹਨਾਂ ਨੂੰ ਕਵਰ ਨਾ ਕਰਦਾ ਤੇ ਇਹਨੇ ਰਿਜ਼ਾਈਨ ਦਿੱਤਾ ਸੀ ਪਹਿਲੇ ਦਿਨ ਤੋਂ ਕਵਰ ਕਰਦਾ ਜਦੋਂ ਹਾਂ ਉਹ ਇਸ ਤਰੀਕੇ ਨਾਲ ਕਦੀ ਹਥਿਆਰ ਦਾ ਲਾਇਸੈਂਸ ਲੈ ਲਓ ਕਦੀ ਤੁਸੀਂ ਪੰਜਾਬ 'ਚ ਬਹੁਤ ਇਹੋ ਜਿਹੇ ਬਣ ਰਹੇ ਆ ਵੀ ਜਿਹੜਾ ਹਾਲਾਤ ਇੱਦਾਂ ਦੇ ਮਾੜੇ ਨੇ ਤੇ ਜਿਹੜਾ ਸਿੱਖਾਂ ਨੂੰ ਅਗਾਂਹ ਵਧੂ ਕਦਮ ਚੁੱਕਣੇ ਚਾਹੀਦੇ ਆ ਮਤਲਬ ਹਰ ਵੇਲੇ ਉਹਨੇ ਇੱਦਾਂ ਦਾ ਬਾਤ ਕਿਸਮ ਦੀ ਆ ਜਥੇਦਾਰ ਭੱਤਿਆਂ ਤੇ ਪੜ ਰਹੇ ਆ ਜਦੋਂ ਵੀ ਜਥੇਦਾਰ ਆਉਂਦਾ ਉਹ ਆਪਣੇ ਭੱਤਿਆਂ ਦਾ ਖਿਆਲ ਰੱਖਦਾ ਆ ਆਪਣੇ ਲੋਸ ਦਾ ਖਿਆਲ ਰੱਖਦਾ ਆਪਣੇ ਤਨਖਾਹਾਂ ਦਾ ਖਿਆਲ ਰੱਖਦਾ ਆਪਣੇ ਫਿਊਚਰ ਘਰ-ਬਾਰ ਦਾ ਖਿਆਲ ਰੱਖਦਾ ਕੌਮੀ ਤੌਰ ਤੇ ਜਥੇਦਾਰਾਂ ਨੇ ਤਕਰੀਬਨ ਪਿਛਲੇ 3-4 ਜਿਹੜੇ ਆ ਇਹਨਾਂ ਨੇ ਕਦੇ ਸੋਚਿਆ ਨਹੀਂਗਾ ਜਿੰਨਾ ਚਿਰ ਕੌਮੀ ਸੋਚ ਨਾ ਬਣੇਗੀ ਭਾਵੇਂ ਉਹ ਜਥੇਦਾਰ ਹੋਵੇ ਭਾਵੇਂ ਉਹ ਹੈੱਡ ਗ੍ਰੰਥੀ ਹੋਵੇ ਭਾਵੇਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਜਾਂ ਅਕਾਲੀ ਦਲ ਦਾ ਜੇ ਕਹਿ ਲਓ ਵੀ ਡਿੱਗਿਆ ਹੋਇਆ ਪ੍ਰਧਾਨ ਹੋਵੇ ਜਿੰਨਾ ਚਿਰ ਕੌਮੀ ਸੋਚ ਪੰਜਾਬ ਦੀ ਸੋਚ ਧਰਮ ਦੀ ਸੋਚ ਨਹੀਂ ਆਏਗੀ ਉਨੀ ਦੇਰ ਨਾ ਪੰਥ ਦਾ ਭਲਾ ਨਾ ਪੰਜਾਬ ਦਾ ਭਲਾ ਹੋਣਾ ਹੈ ਇਸ ਕਰਕੇ ਹੁਣ SGPC ਦੇ ਉੱਤੇ ਵੀ ਜਿਹੜਾ ਕੰਟਰੋਲ ਹੈ ਇਹਨਾਂ ਦਾ ਉਹ ਵੀ ਇਸੇ ਕਰਕੇ ਇਹਨਾਂ ਬਣਾਇਆ ਵੀ ਅਸੀਂ ਸੱਤਾ ਦਾ ਟੋਲਾ ਜਾਂ ਆਪਣਾ ਧੜਾ ਜਿਹੜਾ ਆ ਉਹਨੂੰ ਕਾਇਮ ਰੱਖ ਕੇ ਤੇ ਪੰਜਾਬ ਦੀ ਜਿਹੜੀ ਆ ਉਹ ਸੱਤਾ ਤੇ ਰੋਹਬ ਰੱਖਣਾ ਸੱਤਾ ਤੇ ਕਾਬਜ਼ ਰੱਖਣਾ ਆ ਲੇਕਿਨ ਮਸਲਾ ਇਹ ਬਣ ਜਾਂਦਾ ਵੀ ਜਿਹੜੇ ਸਿੱਖ ਆਮ ਵੀ ਜਿਹੜੇ ਆ ਨਾ ਤੇ ਜਦੋਂ ਅਸੀਂ ਕੋਈ ਇਤਰਾਜ਼ ਕਰਦੇ ਦੂਸਰੋਂ ਆਲਟਰਨੇਟਿਵ ਪੁੱਟ ਕਿਸੇ ਤਰੀਕੇ ਦਾ ਨਹੀਂ ਕਰਦੇ ਵੀ ਅਸੀਂ ਹੁਣ ਜੋ ਇਸ ਵੇਲੇ ਅਕਾਲੀ ਦਲ ਇਹਨਾਂ ਦਾ ਬਾਦਲ ਅਕਾਲੀ ਦਲ ਤਕਰੀਬਨ ਵਿੱਚ ਗਰਾਊਂਡ ਲੈਵਲ ਤੋਂ ਥੱਲੇ ਡਿੱਗਿਆ ਆ ਇਹਨਾਂ ਦੀ ਪੁੱਛਗਿੱਛ ਕੋਈ ਨਹੀਂ ਗੀ ਔਰ ਲੇਕਿਨ ਉਹਦਾ ਬਦਲ ਜਿਹੜਾ ਪੰਜਾਬ ਦੇ ਵਿੱਚ ਦੂਜੀਆਂ ਜਿਹੜੀਆਂ ਪੰਥਕ ਸੰਸਥਾਵਾਂ ਆ ਉਹਨਾਂ ਨੂੰ ਦੇਣਾ ਚਾਹੀਦਾ ਅਕਾਲੀ ਦਲ ਤੇ ਉਹਨਾਂ ਅਧਿਕਾਰ ਉਹਨਾਂ ਦਾ ਜਿੰਨਾ ਬਾਕੀ ਉਹਨਾਂ ਦਾ ਪਰ ਉੱਥੇ ਜਿਹੜੇ ਇਹ ਸੀਨੀਅਰ ਲੀਡਰ ਵੀ ਆਪਣੇ ਆਪ ਨੂੰ ਕਹਿੰਦੇ ਆ ਜਿਹੜੇ ਪੰਥਕ ਵੀ ਆ ਸਫਾ ਵਿੱਚ ਵਿਚਾਰ ਰੱਖਣ ਵਾਲੇ ਉਹ ਵੀ ਡਰਦੇ ਨੇ ਵੀ ਜੇ ਅਸੀਂ ਬਗਾਵਤ ਕੀਤੀ ਤੇ ਉੱਦਾਂ ਦਾ ਹਾਲ ਹੀ ਨਾ ਹੋਏ ਜਿੱਦਾਂ ਸੁਖਦੇਵ ਸਿੰਘ ਢੀਂਡਸਾ ਜਾਂ ਵੱਖਰਾ ਅਕਾਲੀ ਦਲ ਬਣਾ ਕੇ ਉਹ ਸਾਰੇ ਇਸ ਤਰ੍ਹਾਂ ਉਹਨਾਂ 'ਚ ਡਰ ਤਾਂ ਸਹਿਮ ਪੈਦਾ ਹੋਇਆ ਪਰ ਦਲੇਰੀ ਤਾਂ ਕਿਸੇ ਨੇ ਕਿਸੇ ਕਰਨੀ ਚਾਹੀਦੀ ਆ ਜੇ ਦਲੇਰੀ ਨਾ ਕਰਨਗੇ ਜਾਂ ਮੈਂਬਰਸ਼ਿਪ ਦੁਬਾਰਾ ਨਾ ਖੋਲ੍ਹਣਗੇ ਤਾਂ ਗੱਲ ਬਣਨੀ ਨਹੀਂ ਫਿਰ ਉਹਨਾਂ ਦੀ ਪਾਰਟ ਹਾਂਜੀ ਪੰਥਕ ਤੌਰ ਤੇ ਪਾਰਟੀ ਨਾਲ ਸੁਹਿਰਦਤਾ ਹੈ ਨਹੀਂ ਉਹਨਾਂ ਦੀ ਨਹੀਂ ਹੈਗੀ ਉਹ ਵੀ ਆਪੋ ਆਪਣਾ ਧੜਾ ਹੀ ਪਾਉਂਦੇ ਆ ਨਾ ਫਿਰ ਇਸ ਕਰਕੇ ਅਸੀਂ ਤਕਰੀਬਨ ਸਮਾਂ ਸਾਡਾ ਹੁਣ ਸਮਾਪਤ ਹੈ ਜੀ ਅਸੀਂ ਇਹ ਜ਼ਰੂਰ ਕਹਾਂਗੇ ਵੀ ਜਿਹੜੇ ਪੰਥਕ ਸੋਚ ਵਾਲੇ ਬੰਦੇ ਆ ਉਹ ਵੀ ਇਹਨਾਂ 'ਤੇ ਜ਼ਿਆਦਾ ਪ੍ਰੈਸ਼ਰ ਪਾਉਣ ਆਪੋ ਆਪਣੇ ਬੰਦਿਆਂ ਨੂੰ ਕਹਿਣ ਪੰਜਾਬ 'ਚ ਵੀ ਇਹ ਸੁਖਬੀਰ ਬਾਦਲ ਕੋਲ ਅਸਤੀਫਾ ਦਵਾਓ ਤਾਂ ਕਿ ਜਿਹੜਾ ਨਵਾਂ ਅਕਾਲੀ ਦਲ ਬਣ ਕੇ ਉੱਭਰ ਸਕੇ ਅਤੇ ਪੰਜਾਬ ਦਾ ਭਲਾ ਕਰ ਸਕੇ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ ਅਸੀਂ ਤੁਹਾਨੂੰ ਮਿਲਾਂਗੇ शुक्रवार 8:30 ਤੋਂ 9:30 वाहिगुरू जी का खालसा वाहिगुरू जी की फतेह।